हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਪੰਜਾਬੀ ਕੁਆਲੀਫਾਈਂਗ ਪੇਪਰ ਦੇ ਲਈ ਮੈਰਾਥਨਸ। ਤਾਂ ਇਹ ਫਸਟ ਮੈਰਾਥਨ ਹੈ। ਬਾਕੀ ਮੈਰਾਥਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲੇਗਾ, ਤਾਂ ਉੱਥੇ ਤੋਂ ਜਾ ਕੇ ਜਾਂ ਫਿਰ ਆਈ ਬਟਨ ਤੋਂ ਜਾ ਕੇ ਤੁਸੀਂ ਸਾਰੀਆਂ ਮੈਰਾਥਨਸ ਦੇਖ ਸਕਦੇ ਹੋ। ਤਾਂ ਜੋ ਅਸੀਂ ਅੱਜ ਮੈਰਾਥਨ ਸਟਾਰਟ ਕਰਨ ਜਾ ਰਹੇ ਹਾਂ, ਇਸ ਦੇ ਵਿੱਚ ਅਸੀਂ ਅੱਜ ਇਹਨਾਂ 10 ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਨੂੰ ਡਿਸਕਸ ਕਰਨੇ। ਤਾਂ ਪੂਰੀ ਡਿਟੇਲ ਹੋਏਗੀ, ਕੱਲਾ ਕੱਲਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਚੀਜ਼ ਨੂੰ ਸਮਝਾਂਗੇ। ਤਾਂ ਦੇਖੋ ਜੀ, ਮੇਨ ਟਾਰਗੇਟ ਜੇਕਰ ਆਪਾਂ ਗੱਲ ਕਰੀਏ, ਜੋ ਪੰਜਾਬੀ ਕੁਆਲੀਫਾਈਂਗ ਪੇਪਰ ਹੈ PSSB ਦੇ ਵੱਲੋਂ ਜੋ ਸਿਲੇਬਸ ਜਾਰੀ ਕੀਤਾ ਗਿਆ, ਉਸ ਦੇ ਅਕੋਰਡਿੰਗ ਇਹ 14 ਪੁਆਇੰਟ ਨੇ। ਤਾਂ ਇਹ 14 ਦੇ 14 ਪੁਆਇੰਟ ਆਪਾਂ ਅਲੱਗ-ਅਲੱਗ ਮੈਰਾਥਨਸ ਦੇ ਵਿੱਚ ਡਿਸਕਸ ਕਰਾਂਗੇ। ਤਾਂ ਇਸ ਦੇ ਵਿੱਚ ਜੋ ਫਸਟ ਪੁਆਇੰਟ ਸੀ ਤੁਹਾਡਾ, ਠੀਕ ਹੈ, ਇਹ ਪੂਰਾ ਸਿਲੇਬਸ ਦਿੱਤਾ ਗਿਆ ਹੈ, ਇਹ ਪੂਰਾ ਸਿਲੇਬਸ ਫੋਲੋ ਕਰਾਂਗੇ। ਪਰ ਇੱਕ ਚੀਜ਼ ਤੁਹਾਨੂੰ ਵੀ ਕਰਨੀ ਪਏਗੀ ਕਿ ਇਹਨਾਂ ਕਲਾਸਿਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪਏਗਾ। ਫਰੀ ਆਫ ਕੋਸਟ ਤੁਹਾਨੂੰ ਇਹ ਸਾਰਾ ਸਿਲੇਬਸ ਹੈ ਜਿਹੜਾ ਆਪਾਂ ਕੰਪਲੀਟ ਕਰਵਾਵਾਂਗੇ। ਤਾਂ ਜੀਵਨੀ ਅਤੇ ਰਚਨਾਵਾਂ ਨਾਲ ਸੰਬੰਧਿਤ ਜੋ ਫਸਟ ਪੁਆਇੰਟ ਹੈ, ਇਹ ਆਪਾਂ ਅੱਜ ਸਟਾਰਟ ਕਰਨ ਜਾ ਰਹੇ ਹਾਂ। ਤੁਹਾਨੂੰ ਇਹਦੇ ਵਿੱਚ ਸਿਰਫ 6 ਗੁਰੂਆਂ ਦੀਆਂ ਜੀਵਨੀਆਂ ਕਹੀਆਂ ਸੀ, ਪਰ ਆਪਾਂ ਜਿਹੜੇ ਬਾਕੀ 4 ਗੁਰੂ ਰਹਿ ਗਏ ਉਹਨਾਂ ਨੂੰ ਵੀ ਸੰਖੇਪ ਦੇ ਵਿੱਚ ਸਮਝ ਲਾਂਗੇ, ਤਾਂ ਕਿ ਤੁਹਾਡਾ ਨੰਬਰ ਉਰਾਂ ਪਰਾਂ ਜੇਕਰ ਪੇਪਰ ਸੈੱਟ ਕਰਨ ਵਾਲਾ ਉਰਾਂ ਪਰਾਂ ਥੋੜ੍ਹਾ ਬਹੁਤ ਇੱਕ ਅੱਧਾ ਕੁਐਸਚਨ ਚੱਕ ਲਏ ਤਾਂ ਤੁਹਾਡਾ ਨੁਕਸਾਨ ਨਾ ਹੋ ਜੇ। ਤਾਂ ਆਪਾਂ 10 ਦੇ 10 ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਨੂੰ ਸਮਝਣਾ ਹੈਗਾ। ਤਾਂ ਇਸ ਤੋਂ ਬਿਨਾਂ ਬਾਕੀ ਜਿਹੜੇ ਇਹ ਪੁਆਇੰਟ ਰਹਿ ਗਏ, ਇਹ ਅਲੱਗ-ਅਲੱਗ ਕਲਾਸਿਸ ਦੇ ਵਿੱਚ ਕਵਰ ਹੋਣਗੇ। ਤਾਂ ਅੱਜ ਹੀ ਤੁਸੀਂ ਆਪਣਾ ਚੈਨਲ ਸਟੱਡੀ ਫਾਈਟਰ ਸਬਸਕ੍ਰਾਈਬ ਕਰ ਲਓ ਅਤੇ ਇਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤਾਂ ਦੇਖੋ ਜੀ, ਸਟਾਰਟ ਕਰਨ ਜਾ ਰਹੇ ਹਾਂ ਆਪਾਂ ਜੀਵਨੀਆਂ ਅਤੇ ਰਚਨਾਵਾਂ। ਤਾਂ ਇਹਦੇ ਵਿੱਚ ਆਪਾਂ ਇਹ 10 ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਨੂੰ ਡਿਸਕਸ ਕਰਾਂਗੇ। 10 ਗੁਰੂ ਸਾਹਿਬਾਨਾਂ ਦੇ ਨਾਮ ਤੁਹਾਡੇ ਸਾਹਮਣੇ ਲਿਖੇ ਹੋਏ ਨੇ। ਤਾਂ ਇਹ ਆਪਾਂ ਪਹਿਲਾਂ ਇੱਕ ਦੇਖੋ ਕਿੰਨੀ ਘੈਂਟ ਸਲਾਈਡ ਹੈ, ਇਹਦੇ ਅਕੋਰਡਿੰਗ ਸਮਝਾਂਗੇ। ਇਹਦੇ ਵਿੱਚ ਜਿਹੜਾ ਇਹਦੇ ਪਹਿਲਾਂ ਸੰਕੇਤ ਸਮਝ ਲਓ। ਇਹ ਨੀਲੇ ਬਾਕਸ ਦੇ ਵਿੱਚ ਜੋ ਲਿਖਿਆ ਹੋਇਆ ਇਹ ਗੁਰੂ ਦਾ ਨਾਂ ਹੈ, ਅਤੇ ਹਰੇ ਦੇ ਵਿੱਚ ਲਿਖਿਆ ਗਿਆ ਮਾਤਾ ਪਿਤਾ ਦਾ ਨਾਂ, ਅਤੇ ਉਸ ਤੋਂ ਬਿਨਾਂ ਜਿਹੜਾ ਇਹ ਕਲਰ ਸੀ ਇਹਦੇ ਵਿੱਚ ਪਤਨੀ ਦਾ ਨਾਂ, ਗੁਰੂ ਦੀ ਪਤਨੀ ਦਾ ਨਾਂ ਲਿਖਿਆ, ਅਤੇ ਜਿਹੜਾ ਬਲੈਕ ਕਲਰ ਸੀ ਇਸ ਦੇ ਵਿੱਚ ਪੁੱਤਰ ਜਾਂ ਪੁੱਤਰੀ ਦਾ ਨਾਂ ਲਿਖਿਆ। ਤਾਂ ਇਹ ਡਾਇਗਰਾਮ ਦੇਖੋ ਕਿੰਨੀ ਘੈਂਟ ਬਣੀ। ਅਤੇ ਇਸ ਦੇ ਨਾਲ ਤੁਹਾਡਾ ਮੈਂ ਕਹਿੰਦਾ ਸਾਰੀਆਂ ਪੀੜ੍ਹੀਆਂ ਕਲੀਅਰ ਹੋ ਜਾਣਗੀਆਂ ਵੀ 10 ਗੁਰੂ ਸਾਹਿਬਾਨਾਂ ਦੀਆਂ ਕਿਹੜੇ ਨਾਲ ਕੀ ਰਿਸ਼ਤਾ ਸੀ। ਸਭ ਚੀਜ਼ਾਂ ਤੁਹਾਨੂੰ ਕਲੀਅਰ ਹੋਣਗੀਆਂ। ਬਸ ਅੱਜ ਦੀ ਕਲਾਸ ਜੀ ਲਗਾ ਕੇ ਬੈਠੇ ਰਹਿਓ, ਠੀਕ ਹੈ। ਤਾਂ ਦੇਖੋ ਜੀ, ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ, ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ, ਅਤੇ ਤੀਸਰੇ ਗੁਰੂ ਅਮਰਦਾਸ ਜੀ। ਇਸ ਤੋਂ ਬਾਅਦ ਚੌਥੇ ਗੁਰੂ ਗੁਰੂ ਰਾਮਦਾਸ ਜੀ, ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ, ਅਤੇ ਛੇਵੇਂ ਗੁਰੂ ਦੇਖੋ ਇਹ ਇੱਥੇ ਹੀ ਅਟੈਚ ਕਰਾਂਗੇ ਇਹਦੇ ਨਾਲ ਆ ਕੇ। ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ, ਸੱਤਵੇਂ ਗੁਰੂ ਗੁਰੂ ਹਰਰਾਏ ਜੀ, ਅੱਠਵੇਂ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ, ਅਤੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ, 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇਹ 10 ਗੁਰੂ ਸਾਹਿਬਾਨਾਂ ਨੂੰ ਆਪਾਂ ਪੂਰਾ ਇਹਨਾਂ ਦਾ ਜੀਵਨ ਵਿਉਰਾ ਜਿਹੜਾ ਅੱਜ ਸਮਝ ਲੈਣਾ ਹੈ। ਤਾਂ ਦੇਖੋ ਜੀ, ਇਹਨੂੰ ਆਪਾਂ ਇੱਕ ਘੈਂਟ ਤਰੀਕੇ ਨਾਲ ਸਮਝਾਂਗੇ। ਇਹ ਇੱਦਾਂ ਸਲਾਈਡ ਬਣਾਉਣ ਦਾ ਮੋਟਿਵ ਕੀ ਸੀ ਕਿ ਤੁਸੀਂ ਇਹਨਾਂ ਦੇ ਰਿਲੇਸ਼ਨ ਨੂੰ ਸਮਝੋ, ਰਿਸ਼ਤੇ ਨੂੰ ਸਮਝੋ, ਠੀਕ ਹੈ। ਦੇਖੋ, ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਚੁਣਿਆ ਗੁਰੂ ਅੰਗਦ ਦੇਵ ਜੀ ਨੂੰ, ਠੀਕ ਹੈ। ਤਾਂ ਅੰਗਦ ਦੇਵ ਜੀ ਨੂੰ ਚੁਣਿਆ, ਅਤੇ ਉਸ ਤੋਂ ਬਾਅਦ ਅੰਗਦ ਦੇਵ ਜੀ ਤੋਂ ਬਾਅਦ ਉੱਤਰਾਧਿਕਾਰੀ ਚੁਣੇ ਗਏ ਗੁਰੂ ਅਮਰਦਾਸ ਜੀ। ਉਸ ਤੋਂ ਬਾਅਦ ਕੀ ਹੋਇਆ, ਗੁਰੂ ਅਮਰਦਾਸ ਜੀ ਦੀ ਸਪੁੱਤਰੀ ਦਾ ਨਾਂ ਸੀ ਬੀਬੀ ਭਾਨੀ। ਤਾਂ ਭਾਨੀ ਜੀ ਦਾ ਰਿਸ਼ਤਾ ਤੈਅ ਹੋ ਗਿਆ ਸੀ ਗੁਰੂ ਰਾਮਦਾਸ ਜੀ ਨਾਲ। ਤਾਂ ਗੁਰੂ ਰਾਮਦਾਸ ਜੀ ਨੂੰ ਚੌਥੇ ਗੁਰੂ ਬਣਾਇਆ ਗਿਆ, ਅਤੇ ਚੌਥੇ ਗੁਰੂ ਬਣਾਇਆ ਗਿਆ। ਤਾਂ ਇਹਨਾਂ ਦੇ ਇੱਕ ਸਪੁੱਤਰ ਦਾ ਨਾਂ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ। ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਸੀ ਜਿਹੜੇ ਉਹ ਰਾਮਦਾਸ ਦੇ ਪੁੱਤਰ ਸਨ। ਤਾਂ ਇਹਨਾਂ ਦੇ ਪੁੱਤਰ ਸਨ, ਅਤੇ ਇਹਨਾਂ ਦੇ ਪੁੱਤਰ ਸੀ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ, ਇਹ ਬਣ ਗਏ ਪੰਜਵੇਂ ਗੁਰੂ, ਠੀਕ ਹੈ। ਤਾਂ ਗੁਰਗੱਦੀ 'ਤੇ ਇਹ ਬੈਠੇ, ਇਹਨਾਂ ਦੇ ਉੱਤਰਾਧਿਕਾਰੀ ਚੁਣਿਆ ਗਿਆ, ਪੰਜਵੇਂ ਗੁਰੂ ਬਣੇ। ਅਤੇ ਪੰਜਵੇਂ ਗੁਰੂ ਜੋ ਅਰਜਨ ਦੇਵ ਜੀ ਸਨ, ਇਹਨਾਂ ਦੇ ਸਪੁੱਤਰ ਦਾ ਨਾਂ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ। ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਅਤੇ ਅੱਗੇ ਇਹਨਾਂ ਦੇ ਸਪੁੱਤਰ ਦਾ ਨਾਂ ਸੀ ਭਾਈ ਗੁਰਦਿੱਤਾ ਜੀ। ਤਾਂ ਭਾਈ ਗੁਰਦਿੱਤਾ ਜੀ ਦੇ ਅੱਗੇ ਸਪੁੱਤਰ ਦਾ ਨਾਂ ਸੀ ਗੁਰੂ ਹਰਰਾਏ ਜੀ। ਹਰਰਾਏ ਜੀ ਦੇ ਸਪੁੱਤਰ ਦਾ ਨਾਂ ਸੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ। ਤਾਂ ਇਹ ਇਸ ਤੋਂ ਬਾਅਦ ਜੋ ਨੌਵੇਂ ਗੁਰੂ ਦਾ ਚੁਣਾਵ, ਇੱਕ ਪੂਰੀ ਕਹਾਣੀ ਹੈ ਉਸ ਦੇ ਨਾਲ ਰਿਲੇਟਡ, ਹੈ ਨਾ, ਵੀ ਉਹ ਬੇੜੀ ਦੇ ਨਾਲ ਜਦੋਂ ਮੋਹਰਾਂ ਦੇ ਥਰੂ ਉਹਨਾਂ ਨੂੰ ਚੁਣਿਆ ਗਿਆ, ਠੀਕ ਹੈ। ਉਹ ਇੱਕ ਅਲੱਗ ਮੈਟਰ ਤੁਸੀਂ ਹਿਸਟਰੀ 'ਚ ਪੜ੍ਹਿਆ ਹੋਏਗਾ। ਤਾਂ ਉਸ ਤੋਂ ਬਾਅਦ ਗੁਰਗੱਦੀ ਇੱਥੋਂ ਤੱਕ ਸੀ ਜਿਹੜੀ ਉਹ ਪੀੜ੍ਹੀ ਦਰ ਪੀੜ੍ਹੀ ਮਤਲਬ ਇੱਦਾਂ ਚੱਲੀ ਗਈ ਵੀ ਅੱਗੇ ਉਹਨਾਂ ਦੇ ਸਪੁੱਤਰ ਨੂੰ ਮਿਲੀ ਅੱਗਾ, ਠੀਕ ਹੈ, ਇਸ ਤਰ੍ਹਾਂ। ਅਤੇ ਉਸ ਤੋਂ ਬਾਅਦ ਦੇਖੋ ਗੁਰੂ ਤੇਗ ਬਹਾਦਰ ਜੀ ਸਨ ਜਿਹੜੇ ਆਪਾਂ ਇਹਨਾਂ ਬਾਰੇ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ। ਕਿੱਥੇ, ਇੱਥੇ ਦੇਖੋ ਇਹ ਹਰਗੋਬਿੰਦ ਜੀ ਦੇ ਸਪੁੱਤਰ ਸੀ। ਪਰ ਗੁਰਗੱਦੀ ਇਹਨਾਂ ਨੂੰ ਕਦੋਂ ਮਿਲੀ, ਹਰਰਾਏ
ਤੇ ਹਰਕ੍ਰਿਸ਼ਨ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ। ਅੱਗੇ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਦਾ ਨਾਂ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇਸ ਤਰੀਕੇ ਨਾਲ ਇਹ ਗੁਰਗੱਦੀ ਚੱਲੀ ਹੈ, ਠੀਕ ਹੈ। ਇਹ ਪੂਰਾ ਇੱਕ ਜੀਵਨ ਬਿਉਰਾ ਸੀ। ਹੁਣ ਆਪਾਂ ਇਕੱਲੇ ਗੁਰੂ ਬਾਰੇ ਡਿਟੇਲ ਦੇ ਵਿੱਚ ਸਮਝਾਂਗੇ, ਠੀਕ ਹੈ। ਤਾਂ ਇਸ ਜੀਵਨ ਬਿਉਰੇ ਦੇ ਵਿੱਚੋਂ ਤੁਹਾਨੂੰ ਬਹੁਤ ਕੁਐਸਚਨ ਬਣਦੇ ਨੇ, ਇਹਨਾਂ ਦੇ ਰਿਲੇਸ਼ਨ ਦੇ ਵਿੱਚੋਂ ਕੁਐਸਚਨ ਬਣਦਾ ਹੈ। ਇਹ ਸਲਾਈਡਾਂ ਇੱਦਾਂ ਸਮਝਾਉਣ ਦਾ ਇਹ ਮਕਸਦ ਸੀ ਵੀ ਇਹ ਪੁੱਛ ਲਿਆ ਜਾਂਦਾ ਕਿਹੜਾ ਗੁਰੂ ਕਿਹਦਾ ਕੀ ਲੱਗਦਾ ਹੈ ਨਾ, ਤਾਂ ਇੱਦਾਂ ਪੁੱਛ ਲਿਆ ਜਾਂਦਾ ਹੈ, ਠੀਕ ਹੈ। ਤਾਂ ਦੇਖੋ ਜੀ ਇੱਥੇ ਸਮਝੋ ਹੁਣ, ਤਾਂ ਜੋ ਗੁਰੂ ਨਾਨਕ ਦੇਵ ਜੀ ਸਨ ਪਹਿਲੇ ਗੁਰੂ, ਇਹਨਾਂ ਦੇ ਮਾਤਾ ਪਿਤਾ ਦਾ ਨਾਂ ਸੀ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਸੀ ਤ੍ਰਿਪਤਾ ਦੇਵੀ। ਪਿਤਾ ਸੀ ਜਿਹੜੇ ਉਹ ਪਟਵਾਰੀ ਸੀ, ਠੀਕ ਹੈ। ਇਸ ਚੀਜ਼ ਨੂੰ ਯਾਦ ਰੱਖਿਓ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਦਾ ਨਾਂ ਸੀ ਸੁਲੱਖਣੀ ਜੀ ਅਤੇ ਪੁੱਤਰਾਂ ਦਾ ਨਾਂ ਸੀ ਸ਼੍ਰੀ ਚੰਦ ਅਤੇ ਲਖਮੀ ਦਾਸ। ਇਸ ਤੋਂ ਬਾਅਦ ਦੂਸਰੇ ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਂ ਸੀ ਫੇਰੂਮਲ ਅਤੇ ਮਾਤਾ ਦਾ ਨਾਂ ਸੀ ਦਇਆ ਕੌਰ, ਪਤਨੀ ਦਾ ਨਾਂ ਸੀ ਬੀਬੀ ਖੀਵੀ ਅਤੇ ਇਹਨਾਂ ਦੇ ਕਹਿ ਸਕਦੇ ਹਾਂ ਸਪੁੱਤਰਾਂ ਦੇ ਨਾਂ ਦਾਤੂ, ਦਾਸੂ ਅਤੇ ਆਮਰੋ, ਠੀਕ ਹੈ। ਇਹਨਾਂ ਦੀ ਸਪੁੱਤਰੀ ਸੀ। ਇਸ ਤਰੀਕੇ ਨਾਲ ਇਹਨਾਂ ਦੇ ਪੂਰਾ ਪਰਿਵਾਰ ਦਾ ਆਪਾਂ ਜੀਵਨ ਬਿਉਰਾ ਜਿਹੜਾ ਇਹ ਯਾਦ ਕਰਨਾ ਹੈਗਾ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਤੀਸਰੇ ਗੁਰੂ ਗੁਰੂ ਅਮਰਦਾਸ ਜੀ। ਇਹਨਾਂ ਦੇ ਪਿਤਾ ਦਾ ਨਾਂ ਤੇਜਭਾਨ ਅਤੇ ਮਾਤਾ ਦਾ ਨਾਂ ਵਖਤ ਕੌਰ ਸੀ ਅਤੇ ਪਤਨੀ ਦਾ ਨਾਂ ਸੀ ਮਨਸਾ ਦੇਵੀ ਅਤੇ ਇਹਨਾਂ ਦੇ ਜੋ ਮਤਲਬ ਕਹਿ ਸਕਦੇ ਇਹਨਾਂ ਦੇ ਸਪੁੱਤਰ ਸਨ ਮੋਰੀ ਅਤੇ ਮੋਹਨ, ਦਾਨੀ ਅਤੇ ਭਾਨੀ, ਇਹ ਸਪੁੱਤਰੀਆਂ ਸਨ, ਠੀਕ ਹੈ। ਤਾਂ ਜੋ ਸਪੁੱਤਰੀ ਭਾਨੀ ਜੀ ਸਨ ਇਹਨਾਂ ਦਾ ਮਤਲਬ ਰਿਸ਼ਤਾ ਤੈਅ ਹੋ ਗਿਆ ਸੀ ਰਾਮਦਾਸ ਦੇ ਨਾਲ, ਠੀਕ ਹੈ। ਤਾਂ ਰਾਮਦਾਸ ਦੇ ਨਾਲ ਇਹਨਾਂ ਦਾ ਰਿਸ਼ਤਾ ਤੈਅ ਹੋਇਆ ਅਤੇ ਇਹ ਚੌਥੇ ਗੁਰੂ ਬਣੇ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਇਹ ਚੌਥੇ ਗੁਰੂ ਰਾਮਦਾਸ ਜੀ ਸਨ। ਇਹਨਾਂ ਦੇ ਪਿਤਾ ਦਾ ਨਾਂ ਹਰੀਦਾਸ ਅਤੇ ਮਾਤਾ ਦਾ ਨਾਂ ਦਇਆ ਕੌਰ ਸੀ ਅਤੇ ਉਸ ਤੋਂ ਬਾਅਦ ਇਹਨਾਂ ਦੀ ਇੱਕ ਸਪੁੱਤਰ ਦਾ ਨਾਂ ਸੀ ਗੁਰੂ ਅਰਜਨ ਦੇਵ ਜੀ ਸੀ, ਜੋ ਬਾਅਦ ਵਿੱਚ ਜਾ ਕੇ ਪੰਜਵੇਂ ਗੁਰੂ ਮਤਲਬ ਉਸ ਤੋਂ ਬਾਅਦ ਉਹਨਾਂ ਨੂੰ ਗੁਰਗੱਦੀ 'ਤੇ ਬਿਠਾਇਆ ਗਿਆ, ਠੀਕ ਹੈ। ਪੰਜਵੇਂ ਗੁਰੂ ਕਹਿੰਦੇ ਇਹਨੂੰ ਆਪਾਂ, ਠੀਕ ਹੈ। ਤਾਂ ਇਹਨਾਂ ਦੀ ਇੱਕ ਸਪੁੱਤਰ ਦਾ ਨਾਂ ਸੀ ਪ੍ਰਿਥੀ ਚੰਦ ਅਤੇ ਇੱਕ ਦਾ ਨਾਂ ਸੀ ਮਹਾਦੇਵ, ਠੀਕ ਹੈ। ਤਾਂ ਇਹਨਾਂ ਦੇ ਇਹ ਸਪੁੱਤਰ ਸਨ। ਰਾਮਦਾਸ ਦੇ 3 ਸਪੁੱਤਰ ਸੀ ਇਹ, ਅਤੇ ਇਹਨਾਂ ਦੇ ਵਿੱਚੋਂ ਜਿਹੜੀ ਗੁਰਗੱਦੀ ਸੀ ਉਹ ਅਰਜਨ ਦੇਵ ਜੀ ਨੂੰ ਦਿੱਤੀ ਗਈ। ਤਾਂ ਅਰਜਨ ਦੇਵ ਜੀ ਦੇ ਦੇਖੋ ਹੁਣ ਸਿੰਪਲ ਜੀ ਗੱਲ ਹੋ ਗਈ। ਅਰਜਨ ਦੇਵ ਜੀ ਦੇ ਪਿਤਾ ਦਾ ਨਾਂ ਰਾਮਦਾਸ ਅਤੇ ਬੀਬੀ ਭਾਨੀ। ਇੱਥੇ ਤੋਂ ਪਤਾ ਲੱਗ ਗਿਆ ਨਾ ਆਪਾਂ ਨੂੰ, ਦੇਖੋ ਇੱਥੇ ਤੋਂ ਕਲੀਅਰ ਹੋ ਗਿਆ ਹੈ ਨਾ। ਇਹ ਇਹਨਾਂ ਦੇ ਪਿਤਾ ਨੇ, ਇਹ ਇਹਨਾਂ ਦੇ ਮਾਤਾ ਜੀ ਨੇ, ਠੀਕ ਹੈ। ਇੱਦਾਂ ਇਹ ਸਲਾਈਡ ਸਮਝਣ ਦਾ ਇਹ ਮਕਸਦ ਸੀ। ਨੈਕਸਟ ਆਪਾਂ ਸਮਝ ਰਹੇ ਹਾਂ ਜੀ ਇਹਨਾਂ ਦੀ ਸੁਪਤਨੀ ਦਾ ਨਾਂ ਸੀ ਮਾਤਾ ਗੰਗਾ, ਠੀਕ ਹੈ। ਅੱਗੇ ਇਹਨਾਂ ਦੇ ਸਪੁੱਤਰ ਦਾ ਨਾਂ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ। ਹਰਗੋਬਿੰਦ ਜੀ ਦੀ ਪਤਨੀ ਦਾ ਨਾਂ ਨਾਨਕੀ ਅਤੇ ਦਮੋਦਰੀ ਸੀ ਅਤੇ ਇਹਨਾਂ ਦੇ ਜਿਹੜੇ ਮਤਲਬ ਸਪੁੱਤਰ ਸੀ ਉਹਨਾਂ ਦਾ ਨਾਂ ਸੀ ਗੁਰੂ ਤੇਗ ਬਹਾਦਰ ਜੀ, ਠੀਕ ਹੈ। ਤਾਂ ਨਾਨਕੀ ਅਤੇ ਹਰਗੋਬਿੰਦ ਜੀ ਦੇ ਸਪੁੱਤਰ ਦਾ ਨਾਂ ਸੀ ਗੁਰੂ ਤੇਗ ਬਹਾਦਰ ਜੀ ਅਤੇ ਦਮੋਦਰੀ ਅਤੇ ਗੁਰੂ ਹਰਗੋਬਿੰਦ ਜੀ ਦੇ ਜੋ ਬੱਚੇ ਸਨ ਇਹਨਾਂ ਦਾ ਨਾਂ ਅਣੀ ਰਾਏ, ਵੀਰੋ ਅਤੇ ਭਾਈ ਗੁਰਦੱਤਾ ਸੀ, ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਹੁਣ ਦੇਖੋ ਜੀ ਜੋ ਭਾਈ ਗੁਰਦੱਤਾ ਜੀ ਸਨ, ਠੀਕ ਹੈ, ਭਾਈ ਗੁਰਦੱਤਾ ਜੀ ਸਨ, ਇਹਨਾਂ ਦੇ ਸਪੁੱਤਰ ਦਾ ਨਾਂ ਸੀ ਗੁਰੂ ਹਰ ਰਾਏ ਜੀ। ਤਾਂ ਗੁਰੂ ਹਰ ਰਾਏ ਜੀ ਦੀ ਸੁਪਤਨੀ ਦਾ ਨਾਂ ਸਮਝਦੇ ਆਪਾਂ, ਠੀਕ ਹੈ। ਇਹਨਾਂ ਦੀ ਸੁਪਤਨੀ ਦਾ ਨਾਂ ਸੁਲੱਖਣੀ। ਅਤੇ ਹੁਣ ਸੁਲੱਖਣੀ ਅਤੇ ਹਰ ਰਾਏ ਦੇ ਅੱਗੇ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਦੇ ਨਾਂ ਰਾਮ ਰਾਏ ਅਤੇ ਹਰਕ੍ਰਿਸ਼ਨ ਜੀ ਸਨ। ਤਾਂ ਇਹ ਇਹਨਾਂ ਦੇ 2 ਸਪੁੱਤਰ ਸਨ। ਅਤੇ ਇਸ ਤਰੀਕੇ ਨਾਲ ਹੁਣ ਤੁਸੀਂ ਦੇਖੋ ਜਿਹੜੇ ਇਹ ਮਤਲਬ 8ਵੇਂ ਗੁਰੂ ਬਣੀ, ਠੀਕ ਹੈ। ਛੋਟੀ ਉਮਰ ਦੇ ਇਹ ਬਾਲ ਗੁਰੂ ਵੀ ਕਹਿਲਾਏ, ਠੀਕ ਹੈ। ਇਹਨੂੰ ਬਾਲ ਗੁਰੂ ਕਿਹਾ ਜਾਂਦਾ ਹੈ। ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੀ ਕਹਿ ਸਕਦੇ ਹਾਂ ਦੇਹਾਂਤ ਹੋ ਗਿਆ ਸੀ, ਜੋਤੀ ਜੋਤ ਇਹ ਸਮਾ ਗਏ ਸੀ, ਠੀਕ ਹੈ। ਤਾਂ ਇਸ ਤੋਂ ਬਾਅਦ ਹੁਣ ਇੱਥੇ ਤੋਂ ਦੇਖੋ ਵੀ ਇੱਥੇ ਤੋਂ ਦੁਬਾਰੇ ਇੱਥੇ ਆ ਕੇ ਜੋੜੀ ਗੁਰਗੱਦੀ, ਠੀਕ ਹੈ। ਤਾਂ ਇਹਨੂੰ ਸਮਝੋ ਵੀ ਨਾਨਕੀ ਅਤੇ ਹਰਗੋਬਿੰਦ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਜੀ ਨੂੰ 9ਵੇਂ ਗੁਰੂ ਬਣਾਇਆ ਗਿਆ, ਠੀਕ ਹੈ। ਤਾਂ ਇੱਦਾਂ ਦੁਬਾਰਾ ਇਹ ਇਸ ਪੀੜ੍ਹੀ ਦੇ ਵਿੱਚ ਆਈ ਗੁਰਗੱਦੀ, ਠੀਕ ਹੈ। ਤਾਂ ਇਹਨਾਂ ਦੇ ਕਹਿ ਸਕਦੇ ਹਾਂ ਸੁਪਤਨੀ ਦਾ ਨਾਮ ਮਾਤਾ ਗੁਜਰੀ ਜੀ ਅਤੇ ਇਹਨਾਂ ਦੇ ਸਪੁੱਤਰ ਦਾ ਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇਹ ਦੇਖੋ ਆਪਾਂ ਇੱਥੋਂ ਤੱਕ ਸਮਝ ਲਿਆ। ਹੁਣ ਇੱਥੇ ਸਮਝਦੇ ਹਾਂ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਸੁਪਤਨੀ ਦਾ ਨਾਮ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਅਤੇ ਮਾਤਾ ਜੀਤੋ, ਇਹ ਇਹਨਾਂ ਦੇ ਕਹਿ ਸਕਦੇ ਹਾਂ ਨਾਮ ਸੀ। ਅਤੇ ਇਹਨਾਂ ਦੇ ਅੱਗੇ ਜੋ ਕਹਿ ਸਕਦੇ ਹਾਂ ਆਪਾਂ 4 ਸਾਹਿਬਜ਼ਾਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਇਹਨਾਂ ਦੇ ਸਪੁੱਤਰ ਸਨ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ। ਇਹ ਸਿੰਘ ਇੱਥੇ ਲਿਖ ਲਿਓ ਫਤਿਹ ਸਿੰਘ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ 4 ਸਾਹਿਬਜ਼ਾਦੇ ਸਨ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਪੂਰਾ ਜੀਵਨ ਬਿਉਰਾ ਸੀ ਜਿਹੜਾ ਆਪਾਂ ਨੇ ਸਮਝ ਲਿਆ, ਠੀਕ ਹੈ। ਤੁਸੀਂ ਇਸ ਨੂੰ ਨੋਟ ਕਰੋ ਜੀ, ਆਪਣੀ ਕਾਪੀ 'ਤੇ ਨੋਟ ਜ਼ਰੂਰ ਕਰੋ, ਠੀਕ ਹੈ। ਕਿਸੇ ਵੀ ਤਰ੍ਹਾਂ ਦੇ ਨੋਟਸ ਨਹੀਂ ਪ੍ਰੋਵਾਈਡ ਕਰਵਾਏ ਜਾਣਗੇ, ਠੀਕ ਹੈ। ਫਿਰ ਤੁਸੀਂ ਆਲਸੀ ਹੋ ਜਾਂਦੇ ਥੋੜ੍ਹੇ ਜਿਹੇ, ਨੋਟਸਾਂ ਨੂੰ ਦੇਖ ਕੇ ਤੁਸੀਂ ਨੋਟ ਨਹੀਂ ਕਰਦੇ ਕਾਪੀਆਂ 'ਤੇ। ਤਾਂ ਨੋਟ ਕਰੋ, ਹੈਂਡ ਰਿਟਨ ਨੋਟਸ ਤਿਆਰ ਕਰੋ ਆਪਣੀ, ਠੀਕ ਹੈ ਜੀ। ਤਾਂ ਇਹਨਾਂ ਨੂੰ ਨੋਟ ਕਰ ਲਓ, ਬਸ ਇੰਨਾ ਅਸੀਂ ਕਰ ਸਕਦੇ ਹਾਂ, ਠੀਕ ਹੈ। ਨੋਟ ਜ਼ਰੂਰ ਕਰੋ। ਨੈਕਸਟ ਆਪਾਂ ਗੱਲ ਕਰਦੇ ਹਾਂ ਹੁਣ ਆਪਾਂ ਇਕੱਲੇ ਗੁਰੂ ਬਾਰੇ ਡਿਟੇਲ ਦੇ ਵਿੱਚ ਸਮਝਣਾ ਗਾ, ਠੀਕ ਹੈ। ਤਾਂ ਦੇਖੋ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ। ਇਹਨਾਂ ਨੂੰ ਸਿੱਖ ਧਰਮ ਦੇ ਬਾਨੀ ਮੋਢੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਨਾਂ ਨੂੰ ਅਲੱਗ-ਅਲੱਗ ਨਾਮਾਂ ਦੇ ਨਾਲ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਇਹਨਾਂ ਦੀ ਜਨਮ ਬਾਰੇ ਗੱਲ ਕਰੀਏ, 15 ਅਪ੍ਰੈਲ ਇੱਕ ਮਤਲਬ ਫਿਕਸ ਦੀ ਡੇਟ ਮੰਨੀ ਜਾਂਦੀ ਹੈ, 15 ਅਪ੍ਰੈਲ 1469। ਵੈਸੇ ਇਹਨਾਂ ਦਾ ਜਨਮ ਜਿਹੜਾ ਇਹ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਡੇਟ ਦੇ ਵਿੱਚ ਇੱਥੇ ਥੋੜ੍ਹਾ ਬਹੁਤ ਇੱਧਰ ਉੱਧਰ ਹੋ ਜਾਂਦਾ ਡੇਟ ਨੂੰ। ਠੀਕ ਹੈ, ਧਿਆਨ ਦੇ ਵਿੱਚ ਰੱਖਿਓ ਕਿ ਬਹੁਤ ਥਾਂ ਤੁਹਾਨੂੰ 14 ਵੀ ਲਿਖਿਆ ਮਿਲੇਗਾ, 13 ਵੀ ਲਿਖਿਆ ਮਿਲੇਗਾ, 15 ਵੀ ਲਿਖਿਆ ਮਿਲੇਗਾ। ਠੀਕ ਹੈ, 1469 ਨੂੰ ਯਾਦ ਜ਼ਰੂਰ ਰੱਖਿਓ, ਅਪ੍ਰੈਲ 1469। ਜੋ ਜਨਮ ਇਹਨਾਂ ਦਾ ਮਤਲਬ ਕਹਿ ਸਕਦੇ ਗੁਰਪੁਰਬ ਮਨਾਇਆ ਜਾਂਦਾ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਤਾਂ ਇਹਨਾਂ ਦਾ ਜਨਮ ਸਥਾਨ ਕਹਿ ਸਕਦੇ ਨਨਕਾਣਾ ਸਾਹਿਬ, ਸ਼ੇਖਪੁਰਾ ਵੀ ਇਸ ਨੂੰ ਕਹਿ ਦਿੱਤਾ ਜਾਂਦਾ ਹੈ, ਰਾਏਪੁਰ ਦੀ ਤਲਵੰਡੀ ਪਾਕਿਸਤਾਨ ਵਿੱਚ ਹੈ ਜੋ ਅੱਜ ਕੱਲ੍ਹ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਕੀ ਸੀ ਇਹਨਾਂ ਦਾ ਕਹਿ ਸਕਦੇ ਆਪਾਂ ਕਿ ਜਨਮ ਸਥਾਨ ਸੀ। ਠੀਕ ਹੈ ਜੀ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕਿ ਇਹਨਾਂ ਦੇ ਪਰਿਵਾਰ ਬਾਰੇ। ਦੇਖੋ ਵੈਸੇ ਤਾਂ ਆਪਾਂ ਜਾਣ ਚੁੱਕੇ ਹਾਂ ਨਾ, ਜੋ ਇਹਨਾਂ ਦੇ ਸੁਪਤਨੀ ਸਨ ਉਹਨਾਂ ਦਾ ਨਾਂ ਸੀ ਸੁਲੱਖਣੀ ਜੀ, ਜੋ ਬਟਾਲੇ ਤੋਂ ਸਨ। ਠੀਕ ਹੈ, ਅਤੇ ਭੈਣ ਦਾ ਨਾਂ ਸੀ ਬੀਬੀ ਨਾਨਕੀ, ਦੋਸਤ ਦਾ ਨਾਂ ਸੀ ਭਾਈ ਮਰਦਾਨਾ ਜੀ, ਅਤੇ ਜਨੇਊ ਦੀ ਰਸਮ ਸੀ ਜਿਹੜੀ ਇਹ ਪੰਡਿਤ ਹਰਦਿਆਲ ਜੀ ਨੇ ਕੀਤੀ ਸੀ। ਠੀਕ ਹੈ, ਇਹ ਮਤਲਬ ਮੈਂ ਇੰਪੋਰਟੈਂਟ ਪੁਆਇੰਟ ਡਿਸਕਸ ਕਰ ਰਿਹਾ, ਤੁਹਾਨੂੰ ਇੱਥੇ ਕੋਈ ਕਥਾ ਨਹੀਂ ਸੁਣਾਉਣ ਵਾਸਤੇ ਆਇਆ। ਠੀਕ ਹੈ, ਤਾਂ ਡਾਇਰੈਕਟ ਆਪਾਂ ਟੂ ਦਾ ਪੁਆਇੰਟ ਗੱਲ ਕਰ ਰਹੇ ਹਾਂ। 1475 ਦੇ ਵਿੱਚ ਪੰਡਿਤ ਗੋਪਾਲ ਕੋਲ ਗਏ ਪੜ੍ਹਾਈ ਦੇ ਲਈ। ਠੀਕ ਹੈ, ਪਾਂਦਾ ਆਪਾਂ ਜਿਹਨੂੰ ਕਹਿੰਦੇ ਹਾਂ, ਤਾਂ ਉਹਨਾਂ ਨੂੰ ਕੀ ਕੀਤਾ ਸੀ ਇਹਨਾਂ ਨੇ ਮਤਲਬ ਕਿ ਖੁਸ਼ ਕਰਤਾ ਸੀ ਆਪਣੇ ਵਿਚਾਰ ਸੁਣਾ ਕੇ। ਠੀਕ ਹੈ, ਤਾਂ 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ। ਮੋਸਟ ਇੰਪੋਰਟੈਂਟ ਕੁਐਸਚਨ ਇੱਥੇ ਤੋਂ ਬਣਦਾ ਹੁੰਦਾ ਹੈ। 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ ਗੁਰੂ ਨਾਨਕ ਦੇਵ ਜੀ ਨੇ, ਅਤੇ ਸ੍ਰੀ ਰਾਗ ਠੀਕ ਹੈ ਪਹਿਲਾ ਰਾਗ ਹੈ, ਅਤੇ ਇਸ ਤੋਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ। ਸਿਰ ਦੇਖੋ ਆਪਣੇ ਹੁਣ ਜਿਹੜਾ ਸਰੀਰ ਹੈ ਉਹ ਸਭ ਤੋਂ ਉੱਪਰ ਕੀ ਹੈ, ਸਿਰ। ਠੀਕ ਹੈ, ਅਤੇ ਸੱਸੇ 'ਤੇ ਸਿਰ ਮਤਲਬ ਸ੍ਰੀ ਰਾਗ ਉੱਥੇ ਤੋਂ ਬਣਿਆ ਹੈ ਨਾ, ਤਾਂ ਸੱਸੇ 'ਤੇ ਸ੍ਰੀ ਰਾਗ ਅਤੇ ਸੱਸੇ 'ਤੇ ਸ਼ੁਰੂ। ਠੀਕ ਹੈ, ਮਤਲਬ ਇੱਦਾਂ ਜੋੜ ਲਿਓ, ਵੈਸੇ ਉਹ ਸੱਸੇ ਪੈਰਵਿੰਦੀ ਪੈ ਗਈ। ਠੀਕ ਹੈ, ਬਸ ਇੱਦਾਂ ਇਹਨੂੰ ਮਤਲਬ ਅਟੈਚ ਕਰ ਲਿਓ, ਤੁਸੀਂ ਯਾਦ ਰੱਖ ਲਿਓ। ਸ਼ਬਦ ਬਹੁਤੀਆਂ ਥਾਵਾਂ ਤੁਹਾਨੂੰ ਇਹਨਾਂ ਦੇ ਜੋ ਸ਼ਬਦ ਨੇ ਉਹ 974 ਅਤੇ ਜਾਂ ਫਿਰ 976 ਦੋਨੇ ਤਰੀਕਿਆਂ ਨਾਲ ਲਿਖਿਆ ਮਿਲਦਾ ਹੈ। ਠੀਕ ਹੈ, ਤਾਂ ਜੇਕਰ ਅਥੈਂਟੀਕੇਟ ਸੋਰਸ ਆਪਾਂ ਮੰਨੀਏ ਤਾਂ ਵੈਸੇ ਜਿਵੇਂ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਵੀ 976 ਅਤੇ 974 ਦੋਨੇ ਤਰੀਕਿਆਂ ਨਾਲ ਲਿਖਿਆ ਮਿਲਿਆ। ਤਾਂ ਤੁਸੀਂ ਦੋਨੇ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੋਗੇ, ਜੋ ਵੀ ਤੁਹਾਨੂੰ ਆਪਸ਼ਨ ਦੇ ਵਿੱਚ ਲਿਖਿਆ ਮਿਲੇ ਤੁਸੀਂ ਉਹ ਹੀ ਲਗਾ ਦਿਓਗੇ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਇਹ ਸ਼ਬਦ ਨੇ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ 12ਵਾਂ। ਇਹਨਾਂ ਦੀ ਮੋਸਟ ਇੰਪੋਰਟੈਂਟ ਰਚਨਾ ਹੈ 12ਵਾਂ, ਪਰ ਇੱਕ ਗੱਲ ਯਾਦ ਰੱਖੋ 12ਵਾਂ ਦੋ ਨੇ। ਠੀਕ ਹੈ, ਤਾਂ ਜੋ ਮਤਲਬ ਤੁਖਾਰੀ ਰਾਗ ਦੇ ਵਿੱਚ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ, ਜਾਂ ਕਹਿ ਲਓ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ 12ਵਾਂ ਰਚੇ ਉਹ ਤੁਖਾਰੀ ਰਾਗ ਦੇ ਵਿੱਚ ਰਚੇ ਹੈ। ਠੀਕ ਹੈ, ਇੱਦਾਂ ਯਾਦ ਰੱਖੋਗੇ ਤੁਸੀਂ। ਠੀਕ ਹੈ, ਤੁਖਾਰੀ ਦੇ ਵਿੱਚ 3 ਅੱਖਰ ਨੇ। ਠੀਕ ਹੈ ਜੀ, ਤੁਖਾਰੀ ਦੇ ਵਿੱਚ 3 ਅੱਖਰ ਨੇ, ਅਤੇ ਨਾਨਕ ਦੇ ਵਿੱਚ ਵੀ 3 ਅੱਖਰ ਨੇ। ਠੀਕ ਹੈ, ਇੱਕ 12ਵਾਂ ਹੋਰ ਹੈ, ਉਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਤੁਖਾਰੀ ਦੇ ਵਿੱਚ ਵੀ 3 ਅੱਖਰ ਨੇ, ਨਾਨਕ ਦੇ ਵਿੱਚ ਵੀ 3 ਅੱਖਰ ਨੇ। ਇਹ ਇੱਕ ਟ੍ਰਿਕ ਹੈ। ਠੀਕ ਹੈ, ਇਹਨੂੰ ਤੁਸੀਂ ਇੱਦਾਂ ਹੀ ਧਿਆਨ ਦੇ ਵਿੱਚ ਰੱਖ ਲਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਸ਼ੰਤ ਰੂਪ ਦੇ ਵਿੱਚ 17 ਪਦੇ ਨੇ ਇਹਦੇ ਵਿੱਚ। ਠੀਕ ਹੈ, ਕੁਦਰਤ ਅਤੇ ਪ੍ਰਭੂ ਦਾ ਜ਼ਿਕਰ ਇਸ ਦੇ ਵਿੱਚ। ਇੱਕ ਇਹਨਾਂ ਦੀ ਹੋਰ ਰਚਨਾ ਜੀ ਗਾਗਨ ਮੈਂ ਥਾਲ, ਕੁਦਰਤ ਦੀ ਆਰਤੀ ਕੀਤੀ ਗਈ ਹੈ ਇਸ ਦੇ ਵਿੱਚ। ਠੀਕ ਹੈ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋਗੇ। ਮਤਲਬ ਕਿ ਆਰਤੀ ਜਿਹੜੀ ਮਤਲਬ ਵੈਸੇ ਕੋਈ ਮੂਰਤੀ ਪੂਜਾ ਉਸ ਚੀਜ਼ ਦਾ ਖੰਡਨ ਕੀਤਾ ਗਿਆ ਹੈ। ਉਹ ਕਹਿ ਰਹੇ ਨੇ ਵੀ ਆਪਾਂ ਕੁਦਰਤ ਹੈ ਜਿਹੜੀ ਉਹ ਖੁਦ ਹੀ ਆਰਤੀ ਕਰ ਰਹੀ ਹੈ। ਗਾਗਨ ਮੈਂ ਥਾਲ ਰਵੀ ਚੰਦ ਦੀਪਕ ਬਣੇ ਹੈ ਨਾ, ਇੱਦਾਂ ਮਤਲਬ ਉਹ ਪੂਰਾ ਜ਼ਿਕਰ ਕਰਦੇ ਨੇ। ਜਪਜੀ ਸਾਹਿਬ ਜਿਹੜੀ ਇਹਨਾਂ ਦੀ ਰਚਨਾ। ਠੀਕ ਹੈ, ਤਾਂ ਇਸ ਦੇ ਵਿੱਚ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਜੋ ਜਪਜੀ ਸਾਹਿਬ ਹੈ ਇਸ ਦੇ ਵਿੱਚ 38 ਪੌੜੀਆਂ ਨੇ, 2 ਸ਼ਲੋਕ ਨੇ। ਠੀਕ ਹੈ, ਰਾਗ ਰਹਿਤ ਹੈ ਇਹ। ਠੀਕ ਹੈ, ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਜਪਜੀ ਸਾਹਿਬ ਦੇ ਵਿਸ਼ੇ ਕੀ ਨੇ? ਈਸ਼ਵਰ ਦੀ ਮਹਿਮਾ, ਬ੍ਰਹਮ ਦਾ ਰੂਪ ਵੀ ਸ਼ਾਮਲ ਹੈ। ਠੀਕ ਹੈ, ਅਤੇ ਜਿਹੜਾ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਉਹ ਵੀ ਇਸ ਦਾ ਹਿੱਸਾ ਹੈ। ਜਪਜੀ ਸਾਹਿਬ ਅਤੇ ਸਿੱਧ ਗੋਸ਼ਟ ਨੇ ਜਿਹੜੀਆਂ ਇਹ ਦਾਰਸ਼ਨਿਕ ਬਾਣੀਆਂ ਨੇ। ਠੀਕ ਹੈ, ਜਪਜੀ ਸਾਹਿਬ ਇਹ ਜਿਹੜਾ ਉਹ ਮੂਲ ਮੰਤਰ ਦਾ ਸਾਰ ਹੈ। ਠੀਕ ਹੈ, ਮੂਲ ਮੰਤਰ ਇਸ ਦਾ ਇੱਕ ਹਿੱਸਾ ਹੈ ਨਾ, ਹੈ ਨਾ, ਏਕ ਓਂਕਾਰ ਉਹ ਚੀਜ਼। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਜਪਜੀ ਸਾਹਿਬ ਪੂਰੀ ਕੀ ਇੱਕ ਮੂਲ ਮੰਤਰ ਦਾ ਹੀ ਇੱਕ ਸਾਰ ਕੱਢਿਆ ਹੋਇਆ। ਠੀਕ ਹੈ, ਤਾਂ ਪਾਵਨ ਗੁਰੂ ਪਾਣੀ ਪਿਤਾ ਇਸ ਦਾ ਅੰਗ ਹੈ। ਠੀਕ ਹੈ, ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਿਹੜੀ ਉਸ 'ਤੇ 2949 ਬੰਦ ਨੇ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ 3 ਵਾਰਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ 3 ਵਾਰਾਂ ਨੇ। ਠੀਕ ਹੈ, ਨੰਬਰ 1 ਵਾਰ ਆਸਾ ਦੀ ਵਾਰ। ਤਾਂ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਵੀ ਜਾਂਦੇ ਹਾਂ, ਇਕੱਲੇ 3 ਨਾਮ ਨਹੀਂ ਪੜ੍ਹ ਕੇ ਸਰਦਾ। ਆਸਾ ਦੀ ਵਾਰ, ਨੰਬਰ 2 ਮਾਝ ਦੀ ਵਾਰ, ਨੰਬਰ 3 ਮਲਾਰ ਦੀ ਵਾਰ। ਜੋ ਆਸਾ ਦੀ ਵਾਰ ਹੈ ਇਸ ਦੇ ਵਿੱਚ ਪੌੜੀਆਂ ਯਾਦ ਕਰੋ ਜੀ 24 ਪੌੜੀਆਂ ਨੇ ਅਤੇ 58 ਸ਼ਲੋਕ ਨੇ। ਠੀਕ ਹੈ, ਇਹ ਗੱਲ ਸੁਣੋ, ਜਿਹੜੇ ਇਹ 58 ਸ਼ਲੋਕ ਨੇ ਇਹਦੇ ਵੀ ਡਿਟੇਲ 'ਚ ਜਾਂਦੇ ਹਾਂ ਆਪਾਂ। ਕੀ ਦੇਖੋ ਸਮਝੋ ਕਿ ਜਿਹੜੇ 46 ਨੇ। ਠੀਕ ਹੈ, 46 ਨੇ ਜਿਹੜੇ ਉਹ ਪਹਿਲੇ ਗੁਰੂ ਦੇ ਨੇ, ਅਤੇ ਬਾਕੀ ਜਿਹੜੇ 12 ਬਚੇ ਇਹ ਕਹਿ ਸਕਦੇ ਆਪਾਂ
कि बाकी 5 गुरुआं दे ने। ठीक है जी, इस तरीके नाल ये कह सकते हैं 46 ये ते 12 ये कह सकते हैं 58 श्लोक ने। ठीक है जी, इस दे विच इस चीज़ तुसीं ध्यान दे विच रखोगे। जो इंपोर्टेंट चीज़ां ने मैं हाईलाइट कर रहा। ठीक है, इन्हां नूं नाल दी नाल नोट करो। ठीक है जी, नैक्सट आपां गल करते हैं जो दूसरी वार है माझ दी वार, इस दे विच 27 पौड़ियां ने, 58 श्लोक ने, 46 पहले गुरु दे ने ते जो 12 ने ये बाकी 5 गुरुआं दे ने। ते जो मलार दी वार है इस विच 27 पौड़ियां ने, 29 श्लोक ने, जिहड़े ये 29 श्लोक ने इहदे चों 24 ने जिहड़े ये पहले गुरु दे ते बाकी 5 ने जिहड़े वो बाकी 5 गुरुआं दे। इस तरीके नाल ये 3 वारां दी पूरी डिटेल भी आपां ने समझ लई है। इस चीज़ नूं तुसीं ध्यान दे विच जरूर रखोगे। नैक्सट आपां समझदे हाँ जी कुछ होर इंपोर्टेंट पॉइंट, जिवें कि देखो गुरु ग्रंथ साहिब दे विच 22 वारां ने। ठीक है, 22 वारां ने। ठीक है, तो देखो जी 21 ने जिहड़ियां ओह गुरुआं दियां ने ते एक है जिहड़ी ओह सत्ते बलवंड दी है। ठीक है, टुंडे सराजे होर दी धुन ते गाण दा मतलब इन्हां नूं एक विधान भी है। ठीक है, इतना ये चीज़ां तुसीं याद रखोगे। ठीक है, मतलब ओह जिहड़ियां वारां ने बेसिक वारां उन्हां नूं मुढ़लियां मूल वारां नहीं कहा जांदा सी ओह चीज़। ठीक है, वो थोड़ा जिहा डिटेल दे विच हाई लैवल दी चीज़ है, मैं मे बी उत्थों तुहानूं नहीं क्वेश्चन बनेगा। तो सिद्ध गोष्ट है जिहड़ी एक दार्शनिक बाणी है, अचल बटाले नाल संबंधित है। 5 लाउणियां की रचना की है गुरु जी ने वडहंस राग दे विच। ठीक है, कुछ होर रचनावां ने, यही मतलब थोड़ी जी हाई लैवल की चीज़ है, पर एक बार इन्हों देख लो। ठीक है, ये कुछ इन्हों की होर रचनावां ने, मतलब कि इन्होंने अलग अलग इन्हां काव्य रूपां दे विच भी रचनावां कीतियां ने। ठीक है, नैक्सट आपां गल करदे हां। ठीक है जी, जो सोहले ने। ठीक है, सोहले का अर्थ होंदा है कि 16 पंक्तियां वाली कविता। ठीक है, 22 सोहले रचे ने गुरु जी ने। ठीक है, तो इस दे विच जिहड़े 22 ने इहदे चों 12 ने जिहड़े ये मारू राग दे विच ने, 10 ने जिहड़े ये दक्षिणी राग दे विच ने। दक्षिणी ओंकार बाणी है। देखो ये कुछ इंपोर्टेंट बाणी आपां डिस्कस कर रहे हैं। जपजी साहिब डिस्कस कर चुके हैं, आसा दी वार है ये, माझ दी वार। इस तरह दक्षिणी ओंकार भी इन्हां दी रचना है जिहदे विच 54 पदे ने, रामकली राग दे विच है। स्थिति भी इन्हां दी एक रचना है बिलावल राग दे विच। ठीक है, 20 बंद ने इसते। सूरज ते चंद दी चाल नाल संबंधित है। आसा है जिहड़ी ये सवेर दी बाणी है। ठीक है, सो क्यों मंदा आखी इसका एक हिस्सा है। ठीक है, तो ये इन्हां दियां एक सो क्यों मंदा आखी प्रमुख रचना, ये क्वेश्चन बन सकता है। गगन में थाल प्रमुख रचना है। ठीक है, तो पावन गुरु पानी पिता, ये कुछ इंपोर्टेंट चीज़ां ने इन्हां दियां। ठीक है, सुधर रहरास है जिहड़ी ये शाम की बाणी है। कुचज्जी ते सुचज्जी जिहड़ी राग सूही। ठीक है, असाम की कामरूपनी नाल संबंधित है ये। गुरु जी ने 3 काफियां भी रचियां ने, एक बाबर बाणी। ठीक है, तो इस दे विच बाबर की तीजी जंज, बाबर की जिहड़ी तीसरी जंग सी उसनूं पाप की जंज कहा है। ठीक है जी, इस चीज़ नूं तुसीं ध्यान दे विच रखोगे। नैक्सट आपां गल करदे हां इन्हां दियां उदासियां। तो देखो जी पहली उदासी, दूसरी उदासी, तीजी, चौथी, 4 उदासियां कीतियां सी ते अलग अलग दिशावां इन्हां दी समझो। हुण आपां दिशावां समझदे हां। दिशावां दे लई आपां कलर जिहड़ा ओह थोड़ा जिहा डिफरेंट कर लैंदे हां। ठीक है, ताकि तुसीं इसनूं समझ सको। तो देखो जी दिशा, पहली उदासी सी जिहड़ी ये पूर्व वल सी, ते दूसरी उदासी सी जिहड़ी ये दक्षिण वल सी, ते जिहड़ी तीसरी सी ये उत्तर वल सी, ते जिहड़ी चौथी सी ये पश्चिम वल सी। ठीक है, इन्हां दे मतलब कुछ आपां खास थावां दे नाम भी समझ लैंदे हां। खास थावां जिवें कि इत्थे समझो तुसीं शुरू कित्थे तो हुई सी ये सैयदपुर तो। ठीक है, तो इस तरह दूसरी सी जिहड़ी ये राजस्थान तो शुरू हुई, तीसरी कांगड़ा तो, ते चौथी सी जिहड़ी ये मक्का तो शुरू हुई सी। ठीक है, तो यह चीज़ नूं तुसीं ध्यान दे विच रखोगे। दूसरी उदासी दे विच इंपोर्टेंट घटना किहड़ी सी, सज्जन ठग वाली। ठीक है, इस चीज़ नूं तुसीं ध्यान दे विच रखोगे। सज्जन ठग सी जिहड़ा ओह तुलंबा दा रहण वाला सी। यह कुछ हिस्टरी के पॉइंट भी इस दे विच आ जांदे ने, तो ये चीज़ां तुहानूं हिस्टरी के पॉइंट ऑफ व्यू तो भी काम आउणगीਆਂ। ठीक है, तो नैक्सट आपां गल करदे हां काल वंड दी। ठीक है, तो देखो जी जिहड़ी काल वंड है इसनूं इदां कहा जांदा, एक तां पूर्व नानक काल, एक गुरु नानक काल, एक उत्तर नानक काल। तो इनू इदां समझिया जा सकता है। देखो जी पूर्व नानक काल जिहड़ा ये 1500 ईस्वी तो पहलां दा समय जिहड़ा सारा उहनूं आपां पूर्व नानक काल आख दिंदे आ। ते गुरु नानक काल किहनूं आखदे आपां कि जिहड़ा मतलब कि 1500 तो 1700 दे विच समय, सुनहरी काल भी इसनूं कह दित्ता जांदा है। ठीक है, तो उत्तर नानक काल जिहड़ा ये 1700 तो बाद दा समय। तो इस तरीके नाल ये कुछ काल वंड है, इनू भी आपां ने समझ लिया। थोड़ा जिहा आपां बाहला डिटेल दे जा रहे हैं ना, मैनूं लगदा है तो आपां घੱਟ करिए डिटेल, तुहानूं इन्ना हाई लैवल दी चीज़ां नहीं आंदियां। ठीक है, जिवें ओह विच राग वगैरह वालियां आ गईयां सी। चलो एक बार इन्हां नूं आपां डिस्कस कर ही लैंदे आ। ठीक है, नैक्सट आपां गल कर रहे हां समकाली राजे, सिकंदर लोधी, इब्राहिम लोधी, बाबर, हुमायूं। ठीक है, इन्हां दे समकाली राजे सी। ठीक है, तो करतारपुर शहर वसाया सी इन्हां ने 1521 ईस्वी दे विच, ते 1539 ईस्वी दे विच करतारपुर विखे
ਜੋ ਗੁਰੂ ਨਾਨਕ ਦੇਵ ਜੀ ਸਨ ਇਹ ਜੋਤੀ ਜੋਤ ਸਮਾ ਗਏ ਸੀ। ਠੀਕ ਹੈ ਜੀ। ਤਾਂ ਕਰਤਾਰਪੁਰ ਵਿੱਚ ਜਾ ਕੇ ਇਹਨਾਂ ਨੇ ਆਪਣੇ ਆਖਰੀ ਸਮੇਂ ਵਿੱਚ ਉੱਥੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅਤੇ ਇਸ ਤੋਂ ਬਿਨਾਂ ਦੋਸਤੋ ਪ੍ਰਮੁੱਖ ਸਤਰਾਂ ਨਹੀਂ, ਠੀਕ ਹੈ, ਇਹ ਪ੍ਰਮੁੱਖ ਸਤਰਾਂ ਨੂੰ ਤੁਸੀਂ ਇੱਦਾਂ ਹੀ ਮਤਲਬ ਯਾਦ ਕਰ ਲਿਓ। ਠੀਕ ਹੈ। ਤਾਂ ਇਹ ਇੰਪੋਰਟੈਂਟ ਚੀਜ਼ ਹੈ, ਇਹਦੇ ਵਿੱਚੋਂ ਜੋ ਇੰਪੋਰਟੈਂਟ ਸਤਰਾਂ ਨੇ ਉਹ ਤੁਹਾਨੂੰ ਮਤਲਬ ਪੁੱਛੀਆਂ ਜਾਂਦੀਆਂ ਨੇ, ਕਈ ਵਾਰ ਸਤਰ ਪਾ ਦਿੱਤੀ ਜਾਂਦੀ ਜਿਵੇਂ ਇਹ ਮੋਸਟ ਇੰਪੋਰਟੈਂਟ ਨੇ ਇਹ। ਠੀਕ ਹੈ ਜੀ। ਤਾਂ ਇਹਨਾਂ ਨੂੰ ਮੈਂ ਕੁਝ ਨੂੰ ਟਿਕ ਕਰ ਰਿਹਾ ਜਿਹੜੀਆਂ ਤੁਸੀਂ ਕਦੇ ਵੀ ਨਹੀਂ ਭੁੱਲਣੀਆਂ। ਠੀਕ ਹੈ। ਜ਼ਿੰਦਗੀ ਦੇ ਵਿੱਚ ਮਤਲਬ ਤੁਸੀਂ ਇਹਨੂੰ ਹਮੇਸ਼ਾ ਯਾਦ ਰੱਖੋ। ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਜਿਹੜੀਆਂ ਮੈਂ ਟਿਕ ਕੀਤੀਆਂ ਨੇ ਤਾਂ ਮੋਸਟ ਇੰਪੋਰਟੈਂਟ ਨੇ, ਬਾਕੀ ਤੁਹਾਨੂੰ ਪੜ੍ਹਨੀਆਂ ਸਾਰੀਆਂ ਹੀ ਪੈਣਗੀਆਂ। ਅਤੇ ਮਾਫ਼ ਕਰਿਓ, ਹੋ ਸਕਦਾ ਕੋਈ ਲਗਾ ਮਾਤਰਾ ਇੱਧਰ ਉੱਧਰ ਹੋ ਗਈ ਹੋਵੇ। ਠੀਕ ਹੈ। ਤਾਂ ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇ ਤਾਂ ਹੋ ਜਾਂਦਾ ਹੈ। ਠੀਕ ਹੈ ਜੀ। ਇਹਨੂੰ ਲਿਖਣ ਦੇ ਵਿੱਚ ਜਾਂ ਫਿਰ ਆਪਣਾ ਲਿਖਣ ਦੇ ਵਿੱਚ ਕੋਈ ਸਮੱਸਿਆ ਰਹਿ ਗਈ ਹੋਵੇ, ਕੋਈ ਲਗਾ ਮਾਤਰਾ ਇੱਧਰ ਉੱਧਰ ਹੋ ਗਈ ਹੋਵੇ, ਉਹ ਚੀਜ਼ ਦੇ ਲਈ ਆਪਾਂ ਮਾफ़ੀ ਚਾਹੁੰਦੇ ਹਾਂ। ਠੀਕ ਹੈ। ਤਾਂ ਇੱਕ ਵਾਰ ਤੁਸੀਂ ਇਹਨੂੰ ਮਤਲਬ ਪੜ੍ਹ ਲਓ ਜ਼ਰੂਰ। ਠੀਕ ਹੈ। ਇਹਨੂੰ ਨੋਟ ਜ਼ਰੂਰ ਕਰ ਲਓ। ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ। ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਸਨ ਜੋ ਇਹ, ਤਾਂ ਇਹ ਦੂਸਰੇ ਗੁਰੂ ਸਨ। ਦੇਖੋ ਇਹ ਤਾਂ ਆਪਾਂ ਸਮਝ ਚੁੱਕੇ ਹਾਂ ਕਿ ਗੁਰੂ ਪਹਿਲੇ ਗੁਰੂ ਸਨ ਗੁਰੂ ਨਾਨਕ ਦੇਵ ਜੀ, ਉਹਨਾਂ ਦੇ ਉੱਤਰਾਧਿਕਾਰੀ ਸੀ ਜਿਹੜੇ ਉਹ ਉਸ ਤੋਂ ਬਾਅਦ ਬਣੇ ਉਹ ਗੁਰੂ ਅੰਗਦ ਦੇਵ ਜੀ। ਠੀਕ ਹੈ। ਤਾਂ ਦੇਖੋ ਜੀ ਇਹਨਾਂ ਦਾ ਜਿਹੜਾ ਪਹਿਲਾ ਨਾਂ ਸੀਗਾ ਉਹ ਸੀ ਭਾਈ ਲਹਿਣਾ। ਠੀਕ ਹੈ। ਭਾਈ ਲਹਿਣਾ ਸੀ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਦੂਸਰੇ ਗੁਰੂ ਬਣੇ ਇਹ, ਅਤੇ ਇਹਨਾਂ ਦਾ ਜੀਵਨ ਕਾਲ ਸੀ ਜਿਹੜਾ ਇਹ ਵੀ ਸਮਝਣਾ ਮੋਸਟ ਇੰਪੋਰਟੈਂਟ ਬਣ ਜਾਂਦਾ ਹੈ। ਜੀਵਨ ਕਾਲ ਜਿਹੜਾ ਇਹਨਾਂ ਦਾ ਜਨਮ 1504 ਈਸਵੀ ਦੇ ਵਿੱਚ ਹੋਇਆ, ਅਤੇ ਇਹ ਇਹਨਾਂ ਦਾ ਜੋਤੀ ਜੋਤ ਸੀ ਜਿਹੜੇ ਇਹ 1552 ਈਸਵੀ ਦੇ ਵਿੱਚ ਸਮਾਏ ਸੀ। ਅਤੇ ਜਨਮ ਸਥਾਨ ਸੀ ਜਿਹੜਾ ਇਹਨਾਂ ਦਾ ਉਹ ਸੀ ਮੱਤੇ ਦੀ ਸਰਾਂ ਮੁਕਤਸਰ ਵਿਖੇ। ਠੀਕ ਹੈ। ਅਤੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰਗੱਦੀ 'ਤੇ ਇਹ ਬੈਠੇ ਸਨ, ਅਤੇ ਇਹਨਾਂ ਨੂੰ ਗੁਰਗੱਦੀ ਮਿਲੀ ਸੀ 1539 ਦੇ ਵਿੱਚ। ਤਾਂ 1539 ਦੇ ਵਿੱਚ ਦੇਖੋ ਗੁਰੂ ਨਾਨਕ ਦੇਵ ਜੀ ਸਨ ਜੋ ਜੋਤੀ ਜੋਤ ਸਮਾ ਗਏ, ਅਤੇ ਇਹਨਾਂ ਨੂੰ ਗੁਰਗੱਦੀ ਉੱਤੇ ਬਿਠਾਇਆ ਗਿਆ। ਠੀਕ ਹੈ। ਤਾਂ ਇਸ ਤਰੀਕੇ ਨਾਲ 1552 ਤੱਕ ਜਦੋਂ ਇਹਨਾਂ ਦੀ ਇਹ ਜੋਤੀ ਜੋਤ ਸਮਾਈ ਉਦੋਂ ਤੱਕ ਇਹ ਗੁਰਗੱਦੀ ਉੱਤੇ ਵਿਰਾਜਮਾਨ ਰਹੇ ਨੇ। ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਜਿਹੜੀ ਗੁਰਮੁਖੀ ਲਿਪੀ ਹੈ, ਠੀਕ ਹੈ, ਉਸ ਦੀ ਖੋਜ ਕਹਿ ਲਓ, ਉਸ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਗੁਰੂ ਅੰਗਦ ਦੇਵ ਜੀ ਤੋਂ। ਗੁਰੂ ਅੰਗਦ ਦੇਵ ਜੀ ਤੋਂ ਸ਼ੁਰੂਆਤ ਮੰਨੀ ਜਾਂਦੀ ਹੈ, ਪਰ ਕੁਝ ਇਸ ਕਥਨ ਨਾਲ ਸਹਿਮਤ ਵੀ ਨਹੀਂ ਹੈਗੇ। ਪਰ ਕਿਸ ਗੁਰੂ ਵੇਲੇ ਮਤਲਬ ਇਹ ਮੰਨਿਆ ਜਾਂਦਾ ਵੀ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਪ੍ਰਫੁੱਲਿਤ ਕੀਤਾ, ਇਸ ਦਾ ਵਿਕਾਸ ਕੀਤਾ, ਇਹ ਮੰਨਿਆ ਜਾਂਦਾ ਹੈ। ਕੁਝ ਮੰਨਦੇ ਨੇ ਇਸ ਦੀ ਸ਼ੁਰੂਆਤ ਕੀਤੀ। ਤਾਂ ਬਸ ਤੁਸੀਂ ਇੱਕ ਚੀਜ਼ ਨੂੰ ਯਾਦ ਰੱਖੋਗੇ ਕਿ ਗੁਰਮੁਖੀ ਲਿਪੀ ਦਾ ਵਿਕਾਸ ਪੁੱਛਿਆ ਜਾਵੇ, ਨਿਕਾਸ ਪੁੱਛਿਆ ਜਾਵੇ, ਤਾਂ ਤੁਸੀਂ ਉੱਥੇ ਨਾਮ ਗੁਰੂ ਅੰਗਦ ਦੇਵ ਜੀ ਦਾ ਲਿਖੋਗੇ। ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਧਿਆਨ ਦੇ 'ਚ ਰੱਖੋਗੇ। ਤਾਂ ਦੂਸਰੇ ਗੁਰੂ ਸਨ ਜੋ ਅੰਗਦ ਦੇਵ ਜੀ, ਇਹਨਾਂ ਨੇ ਸ਼ਹਿਰ ਵਸਾਇਆ ਸੀ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ। ਠੀਕ ਹੈ ਜੀ। ਅਤੇ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ ਸੀ। ਇਹ ਇੱਕ ਮੋਸਟ ਇੰਪੋਰਟੈਂਟ ਲਾਈਨ ਹੈ ਜੀ, ਇਸ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਮੱਲ ਅਖਾੜੇ ਦੀ ਸ਼ੁਰੂਆਤ ਕੀਤੀ ਸੀ। ਲੰਗਰ ਪ੍ਰਥਾ ਬਾਰੇ ਬੜਾ ਡਾਊਟ ਚੱਲਦਾ ਹੈ। ਵੈਸੇ ਤਾਂ ਇਹ ਕਿਹਾ ਜਾਂਦਾ ਵੀ ਗੁਰੂ ਨਾਨਕ ਦੇਵ ਜੀ ਸਮੇਂ ਵੀ ਜਦੋਂ ਉਹਨਾਂ ਨੇ ਮਤਲਬ ਕਹਿ ਸਕਦੇ ਹਾਂ ਵੀ ਉਹ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ, ਵੀ ਲੰਗਰ ਪ੍ਰਥਾ ਸ਼ੁਰੂਆਤ ਕਰਤੀ। ਤਾਂ ਇਹ ਮੰਨਿਆ ਜਾਂਦਾ ਵੀ ਗੁਰੂ ਅੰਗਦ ਦੇਵ ਜੀ ਨੇ ਵੀ ਸ਼ੁਰੂਆਤ ਕੀਤੀ ਹੈ। ਮਤਲਬ ਤੁਹਾਨੂੰ ਲੰਗਰ ਪ੍ਰਥਾ ਬਾਰੇ ਪੁੱਛਿਆ ਜਾਵੇ ਤਾਂ ਆਪਸ਼ਨ ਦੇ ਵਿੱਚ ਅੰਗਦ ਦੇਵ ਹੈ, ਤੁਸੀਂ ਅੰਗਦ ਦੇਵ ਨਾਲ ਵੀ ਜਾ ਸਕਦੇ ਹੋ। ਅੰਗਦ ਦੇਵ ਜੀ ਸਮੇਂ ਲੰਗਰ ਪ੍ਰਥਾ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਅਤੇ ਬਹੁਤਿਆਂ ਦਾ ਇਹ ਮੰਨਣਾ ਵੀ ਇਹਨਾਂ ਨੇ ਵਿਕਾਸ ਕੀਤਾ ਸੀ, ਪਰਿਪੱਕ ਕੀਤਾ ਸੀ ਇਸ ਨੂੰ ਹੋਰ। ਠੀਕ ਹੈ। ਤਾਂ ਸ਼ੁਰੂਆਤ ਵੀ ਕਿਹਾ ਜਾਵੇ ਤਾਂ ਉੱਥੇ ਤੁਸੀਂ ਗੁਰੂ ਅੰਗਦ ਦੇਵ ਜੀ ਦਾ ਨਾਂ ਲੈ ਸਕਦੇ ਹੋ। ਮੈਂ ਤੁਹਾਡੇ ਨਾਲ ਸਾਰੀਆਂ ਕੰਡੀਸ਼ਨਾਂ ਸਾਂਝੀਆਂ ਕਰ ਰਿਹਾ ਜੀ, ਕਿਉਂਕਿ ਤੁਹਾਡੀ ਸੈਂਸ ਬਣਨੀ ਚਾਹੀਦੀ ਹੈ ਵੀ ਜੇ ਤੁਸੀਂ ਉੱਥੇ ਮਤਲਬ ਇਹ ਨਹੀਂ ਹੈਗਾ ਮੇਰਾ ਕਰਾਇਆ ਹੋਇਆ ਸੇਮ ਟੂ ਸੇਮ ਕੋਈ ਕੁਐਸਚਨ ਆ ਜਾਊਗਾ, ਨਹੀਂ ਆਉਂਦਾ। ਤਾਂ ਉੱਥੇ ਕੁਐਸਚਨ ਪਾਉਣ ਵਾਲਾ ਆਪਣੇ ਢੰਗ ਨਾਲ ਕੁਐਸਚਨ ਪਾਉਂਦਾ ਹੈ। ਮੈਂ ਜਸਟ ਤੁਹਾਡੀ ਸੈਂਸ ਬਣਾ ਰਹੀ ਹਾਂ ਵੀ ਇਹ ਵੀ ਪੁੱਛਿਆ ਜਾ ਸਕਦਾ, ਇਹ ਪੁੱਛਿਆ ਜਾ ਸਕਦਾ, ਸਾਰੇ ਪੁਆਇੰਟ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਤਾਂ ਲੰਗਰ ਪ੍ਰਥਾ ਦੀ ਸ਼ੁਰੂਆਤ ਕਹਿ ਲਓ ਜਾਂ ਕਹਿ ਲਓ ਪਰਿਪੱਕ ਕੀਤਾ, ਤਾਂ ਤੁਸੀਂ ਉੱਥੇ ਗੁਰੂ ਅੰਗਦ ਦੇਵ ਜੀ ਕਹਿ ਦੋਗੇ। ਠੀਕ ਹੈ। ਤਾਂ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ ਸੀ। ਹੁਣ ਮੱਲ ਅਖਾੜੇ ਕਿਸ ਚੀਜ਼ ਦਾ ਸੂਚਕ ਸੀ ਵੀ ਅਸੀਂ ਤਕੜੇ ਵੀ ਹਾਂ, ਸਰੀਰਕ ਤੌਰ 'ਤੇ ਪੂਰੇ ਤਕੜੇ ਹਾਂ ਨਾ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਸੀ। ਨੈਕਸਟ ਗੱਲ ਹੈ ਸਮਕਾਲੀ। ਤਾਂ ਇਹਨਾਂ ਦੇ ਸਮਕਾਲੀ ਹਿਮਾਯੂ ਅਤੇ ਸ਼ੇਰ ਸ਼ਾਹ ਸੂਰੀ ਸਨ। ਠੀਕ ਹੈ। ਇਹਨਾਂ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਆਪਾਂ ਸਮਝਦੇ ਹਾਂ ਜੀ ਕਿ ਉੱਤਰਾਧਿਕਾਰੀ। ਤਾਂ ਇਹਨਾਂ ਦੇ ਉੱਤਰਾਧਿਕਾਰੀ ਸੀ ਜਿਹੜੇ ਇਹ ਗੁਰੂ ਅਮਰਦਾਸ ਜੀ ਨੂੰ ਚੁਣਿਆ ਗਿਆ ਸੀ। ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਇਹ 1552 ਈਸਵੀ ਦੇ ਵਿੱਚ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਈ ਸੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖਣਾ ਹੈ। ਅਤੇ ਨਾਲ ਇੱਕ ਗੱਲ ਹੋਰ ਕਿ ਆਪ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਤੱਥ ਇਕੱਠੇ ਕਰਕੇ ਉਹਨਾਂ ਦੀ ਜੀਵਨ ਸਾਖੀ ਲਿਖੀ, ਜਿਸ ਨੂੰ ਭਾਈ ਵਾਲੇ ਦੀ ਸਾਖੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ। ਇਹ ਇੱਕ ਇੰਪੋਰਟੈਂਟ ਚੀਜ਼ ਹੈ। ਠੀਕ ਹੈ। ਭਾਈ ਵਾਲੇ ਦੀ ਸਾਖੀ। ਠੀਕ ਹੈ। ਤਾਂ ਇਸ ਦੇ ਵਿੱਚ ਇੱਕ ਤਾਂ ਇਹ ਪੁੱਛਿਆ ਜਾ ਸਕਦਾ ਤੁਹਾਨੂੰ ਵੀ ਕਿਸ ਚੀਜ਼ ਨਾਲ ਸੰਬੰਧਿਤ ਹੈ ਇਹ ਭਾਈ ਵਾਲੇ ਦੀ ਸਾਖੀ। ਠੀਕ ਹੈ। ਤਾਂ ਤੁਸੀਂ ਕਹੋਗੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ। ਠੀਕ ਹੈ। ਤਾਂ ਲਿਖੀ ਕਿਹਨੇ ਸੀ ਇਹ ਦੂਸਰੇ ਗੁਰੂ ਅੰਗਦ ਦੇਵ ਜੀ ਨੇ।
ਤਾਂ ਇਸ ਤਰੀਕੇ ਨਾਲ ਦੂਸਰੇ ਗੁਰੂ ਦਾ ਜੀਵਨ ਬਿਉਰਾ ਜਿਹੜਾ ਇਹ ਆਪਾਂ ਨੇ ਕੰਪਲੀਟ ਕਰ ਲਿਆ ਹੈ। ਹੁਣ ਅਸੀਂ ਸਮਝਦੇ ਹਾਂ ਜੀ ਤੀਸਰੇ ਗੁਰੂ ਬਾਰੇ। ਤਾਂ ਦੇਖੋ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰਗੱਦੀ ਦੇ ਉੱਤੇ ਬਿਰਾਜਮਾਨ ਹੋਏ ਗੁਰੂ ਅਮਰਦਾਸ ਜੀ। ਤਾਂ ਤੀਸਰੇ ਗੁਰੂ ਸਨ ਗੁਰੂ ਅਮਰਦਾਸ ਜੀ, ਅਤੇ ਇਹਨਾਂ ਦਾ ਜਿਹੜਾ ਜੀਵਨ ਕਾਲ ਹੈ ਇਹ ਹੈ 1479 ਤੋਂ ਲੈ ਕੇ 1574 ਤੱਕ। ਇਹ ਸਭ ਤੋਂ ਵੱਧ ਉਮਰ ਦੇ ਸੀ ਜਿਹੜੇ ਹਨ, ਇਸੇ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਸਭ ਤੋਂ ਵੱਧ ਉਮਰ ਦੇ ਜੋ ਗੁਰੂ ਸਨ ਇਹ ਸਨ, ਠੀਕ ਹੈ। ਸਭ ਤੋਂ ਵੱਧ ਉਮਰ ਦੇ ਵਿੱਚ ਇਹਨਾਂ ਨੇ ਗੁਰਗੱਦੀ ਸੀ ਜਿਹੜੀ ਉਹ ਸੰਭਾਲੀ ਸੀ, ਠੀਕ ਹੈ। ਕਿਉਂਕਿ ਇਹਨਾਂ ਦੀ ਉਮਰ ਜਿਹੜੀ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ 1479 ਦੇ ਵਿੱਚ ਜਨਮ ਸੀ, ਠੀਕ ਹੈ। ਅਤੇ ਉਸ ਤੋਂ ਬਾਅਦ 1500 ਕਹਿ ਸਕਦੇ ਆਪਾਂ 74 ਤੱਕ ਇਹ ਇਹਨਾਂ ਦਾ ਜੀਵਨ ਕਾਲ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹਨਾਂ ਦੀ ਉਮਰ ਸਭ ਤੋਂ ਜ਼ਿਆਦਾ ਸੀ, ਜੋ ਵੀ ਗੁਰੂ ਸਨ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਉਮਰ ਇਹਨਾਂ ਦੀ ਸੀ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ। ਨੈਕਸਟ ਆਪਾਂ ਗੱਲ ਕਰਦੇ ਹਾਂ, ਦੇਖੋ ਇੱਥੇ ਤੁਸੀਂ ਮਤਲਬ ਇਹਦਾ ਉਹਨਾਂ ਦਾ ਜਨਮ ਹੈ, ਠੀਕ ਹੈ। 1479 ਦਾ ਉਹਨਾਂ ਦਾ ਜਨਮ ਹੈ। ਅੱਗੇ ਗੁਰਗੱਦੀ ਦਾ ਆਪਾਂ ਇੱਥੇ ਦੇਖਾਂਗੇ ਵੀ ਗੁਰਗੱਦੀ ਦੇ ਉੱਤੇ 1552 ਦੇ ਵਿੱਚ ਇਹ ਬੈਠੇ ਸੀ, ਠੀਕ ਹੈ। ਕਦੋਂ? ਜਦੋਂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਸੀ, ਠੀਕ ਹੈ। ਅੰਗਦ ਦੇਵ ਜੀ ਤੋਂ ਬਾਅਦ ਗੁਰਗੱਦੀ ਮਿਲੀ ਸੀ ਇਹਨਾਂ ਨੂੰ 1552 ਦੇ ਵਿੱਚ, ਅਤੇ 1574 ਤੱਕ ਗੁਰਗੱਦੀ ਦੇ ਉੱਤੇ ਰਹੇ ਸੀ। ਜਿਹੜਾ ਇਹਨਾਂ ਦਾ ਜਨਮ ਸਥਾਨ ਸੀ ਉਹ ਬਾਸਰ ਕੇ, ਠੀਕ ਹੈ, ਪਿੰਡ ਬਾਸਰ ਕੇ, ਅਤੇ ਜੋਤੀ ਜੋਤ ਸਮਾਇਆ ਸੀ ਇਹਨਾਂ ਨੇ ਗੋਇੰਦਵਾਲ ਸਾਹਿਬ ਵਿਖੇ। ਨੈਕਸਟ ਆਪਾਂ ਗੱਲ ਕਰਦੇ ਹਾਂ ਮੰਜੀ ਪ੍ਰਥਾ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਮੰਜੀ ਪ੍ਰਥਾ। ਤਾਂ ਹੁਣ ਮੰਜੀ ਪ੍ਰਥਾ ਚਲਾਈ ਅਤੇ 22 ਮੰਜੀਆਂ ਦੀ ਸਥਾਪਨਾ ਇਹਨਾਂ ਨੇ ਕੀਤੀ ਸੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਪੀੜੇ ਵੀ ਇਹਨਾਂ ਨੇ ਮਤਲਬ ਇੱਕ ਸਿਸਟਮ ਚਲਾਇਆ ਸੀ, ਠੀਕ ਹੈ। ਅਤੇ ਹੁਣ ਜਿਹੜੀ ਮੰਜੀ ਪ੍ਰਥਾ ਸੀ ਇਸ ਨੂੰ ਤੁਸੀਂ ਇੱਦਾਂ ਧਿਆਨ ਦੇ 'ਚ ਰੱਖੋ, ਵੈਸੇ ਇੱਕ ਟ੍ਰਿਕ ਹੈ ਨਾ। ਹੁਣ ਜੋ ਵੱਧ ਉਮਰ ਦੇ ਨੇ ਉਹ ਮੰਜੀ ਦੇ ਮਤਲਬ ਮੰਜੀ ਦੇ ਉੱਤੇ ਬਹਿ ਜਾਂਦੇ ਨੇ, ਹੈ ਨਾ, ਵੀ ਉਹ ਬਜ਼ੁਰਗ ਹੋ ਜਾਂਦੇ ਨੇ, ਇੱਦਾਂ ਹੋ ਜਾਂਦੇ ਨੇ। ਤਾਂ ਇੱਦਾਂ ਤੁਸੀਂ ਇਹਨੂੰ ਇੱਕ ਟ੍ਰਿਕ ਜਿਹਦੇ ਨਾਲ ਯਾਦ ਰੱਖ ਲਓ ਵੀ ਬਜ਼ੁਰਗਾਂ ਨੂੰ ਕਿਸ ਚੀਜ਼ ਦੀ ਲੋੜ ਹੈ, ਮਤਲਬ ਕਿ ਕਹਿ ਸਕਦੇ ਆਪਾਂ ਮੰਜੀ ਦੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਸਭ ਤੋਂ ਵੱਧ ਉਮਰ ਦੇ ਕੌਣ ਸਨ? ਗੁਰੂਆਂ ਦੇ ਵਿੱਚੋਂ ਅਮਰਦਾਸ ਜੀ। ਤਾਂ ਅਮਰਦਾਸ ਜੀ ਨੇ ਮੰਜੀ ਪ੍ਰਥਾ ਚਲਾਈ, ਠੀਕ ਹੈ। ਤਾਂ ਇੱਦਾਂ ਤੁਸੀਂ ਇਹਨੂੰ ਇੱਕ ਰਿਲੇਟ ਜੇ ਕਰ ਲਓ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਇਹਨਾਂ ਨੇ ਜੋ ਸ਼ਹਿਰ ਵਸਾਇਆ ਸੀ ਗੋਇੰਦਵਾਲ, ਜ਼ਿਲ੍ਹਾ ਤਰਨਤਾਰਨ ਵਿਖੇ, ਠੀਕ ਹੈ, ਗੋਇੰਦਵਾਲ। ਤਾਂ ਇੱਥੇ ਗੋਇੰਦਵਾਲ ਸਾਹਿਬ ਵਿਖੇ ਇਹਨਾਂ ਨੇ 1559 ਈਸਵੀ ਦੇ ਵਿੱਚ, ਠੀਕ ਹੈ, ਇਸ ਚੀਜ਼ ਨੂੰ ਧਿਆਨ ਦੇ 'ਚ ਰੱਖੋ। ਇਹਨਾਂ ਨੇ ਜੋ ਗੋਇੰਦਵਾਲ ਦੇ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਾਇਆ ਸੀ ਬਿਆਸ ਦਰਿਆ ਦੇ ਕਿਨਾਰੇ 'ਤੇ, ਠੀਕ ਹੈ। ਕਦੋਂ ਕਰਾਇਆ ਸੀ? 1559 ਈਸਵੀ ਦੇ ਵਿੱਚ। ਇਸ ਦੇ ਵਿੱਚ 84 ਪੌੜੀਆਂ ਸੀ, ਠੀਕ ਹੈ। 84 ਪੌੜੀਆਂ ਦਾ ਨਿਰਮਾਣ ਕਰਵਾਇਆ ਸੀ। ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ 'ਚ ਰੱਖੋਗੇ, ਠੀਕ ਹੈ। ਤਾਂ ਇਹ ਇੱਕ ਇੰਪੋਰਟੈਂਟ ਚੀਜ਼ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਲੰਗਰ ਪ੍ਰਥਾ ਦਾ ਵਿਸਥਾਰ ਕਰਕੇ। ਦੇਖੋ ਆਪਾਂ ਨੇ ਕੀ ਮੰਨਿਆ ਵੀ ਅੰਗਦ ਦੇਵ ਜੀ ਨੇ ਸ਼ੁਰੂ ਕੀਤੀ ਜਾਂ ਕਹਿ ਲਓ ਪਰਪੱਕ ਕੀਤੀ, ਅਤੇ ਉਸ ਦਾ ਅੱਗੇ ਇਹਨਾਂ ਨੇ ਵਿਸਥਾਰ ਕੀਤਾ ਹੈ। ਅਮਰਦਾਸ ਜੀ ਨੇ ਉਸ ਦਾ ਵਿਸਥਾਰ ਕੀਤਾ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਅਤੇ ਨਾਲ ਇਹਨਾਂ ਨੇ ਪੰਗਤ ਪ੍ਰਥਾ ਦਾ ਪ੍ਰਚਾਰ ਕੀਤਾ, ਠੀਕ ਹੈ। ਨਾਲ ਇਹਨਾਂ ਨੇ ਕੀ ਕਰਤਾ? ਪੰਗਤ ਪ੍ਰਥਾ, ਮਤਲਬ ਕਿ ਲੰਗਰ ਦੇ ਨਾਲ ਇੱਕ ਸੰਕਲਪ ਇਹਨਾਂ ਨੇ ਹੋਰ ਦਿੱਤਾ ਪੰਗਤ ਦਾ। ਆਪ ਦੇ ਅਨੁਸਾਰ ਸੰਗਤ ਤੋਂ ਪਹਿਲਾਂ ਪੰਗਤ, ਠੀਕ ਹੈ, ਸੰਗਤ ਤੋਂ ਪਹਿਲਾਂ ਪੰਗਤ। ਇਹ ਇਹਨਾਂ ਨੇ ਇੱਕ ਸੰਕਲਪ ਦਿੱਤਾ ਸੀ ਵੀ ਇੱਕ ਪੰਗਤ ਦੇ ਵਿੱਚ ਬਹਿ ਕੇ, ਪੰਗਤ ਦਾ ਅਰਥ ਵੀ ਇੱਕ 70 ਲਾਈਨ ਦੇ ਵਿੱਚ ਬਹਿ ਕੇ ਸਾਰਿਆਂ ਨੇ ਲੰਗਰ ਛਕਣਾ ਹੈ। ਤਾਂ ਸੰਗਤ ਤੋਂ ਪਹਿਲਾਂ ਪੰਗਤ, ਇਹ ਇੱਕ ਇਹਨਾਂ ਨੇ ਸੰਕਲਪ ਦਿੱਤਾ ਸੀ। ਲੰਗਰ ਪ੍ਰਥਾ ਨੂੰ ਹੋਰ ਵਿਸਥਾਰਕ ਰੂਪ ਦਿੱਤਾ ਸੀ। ਅਤੇ ਇਹਨਾਂ ਦੇ ਜੋ ਸਮਕਾਲੀ ਸਨ ਅਕਬਰ ਸਨ, ਠੀਕ ਹੈ। ਜੋ ਅਕਬਰ ਰਾਜਾ ਸੀ ਉਹ ਇਹਨਾਂ ਦਾ ਸਮਕਾਲੀ ਸੀ। ਅਤੇ ਇਹਨਾਂ ਦੇ ਉੱਤਰਾਧਿਕਾਰੀ ਬਣੇ ਗੁਰੂ ਰਾਮਦਾਸ ਜੀ। ਉਹ ਕਿਸ ਸੰਬੰਧ? ਉਹ ਦੇਖੋ ਉਹਨਾਂ ਨਾਲ ਸੰਬੰਧ ਵੀ ਜੁੜਿਆ ਇਹਨਾਂ ਦੀ, ਜੋ ਮਤਲਬ ਕਹਿ ਸਕਦੇ ਆਪਾਂ ਸਪੁੱਤਰੀ ਸੀ ਭਾਨੀ, ਅੱਗੇ ਉਹ ਹੈ ਨਾ, ਉਸ ਦੇ ਨਾਲ ਉਹਨਾਂ ਦਾ ਰਿਸ਼ਤਾ ਹੋਇਆ ਰਾਮਦਾਸ ਜੀ ਦਾ, ਅਤੇ ਰਾਮਦਾਸ ਜੀ ਚੌਥੇ ਗੁਰੂ ਬਣੇ। ਉਹ ਚੀਜ਼ ਅੱਗੇ ਜਿਹੜੀ ਆਪਾਂ ਡਿਸਕਸ ਕੀਤੀ ਸੀ ਉਹ ਰਿਲੇਟ ਕਰ ਰਹੇ ਹੋ ਉਹਦੇ ਨਾਲ, ਠੀਕ ਹੈ। ਅਤੇ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਜੋ ਅਮਰਦਾਸ ਜੀ ਨੇ, ਜੋ ਅਮਰਦਾਸ ਜੀ ਨੇ ਇਹਨਾਂ ਦੀਆਂ ਕੁਝ ਰਚਨਾਵਾਂ ਡਿਸਕਸ ਕਰਦੇ ਹਾਂ। ਆਨੰਦ ਸਾਹਿਬ ਮੋਸਟ ਇੰਪੋਰਟੈਂਟ ਰਚਨਾ ਹੈ ਜੀ ਇਹਨਾਂ ਦੀ। ਆਨੰਦ ਸਾਹਿਬ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਹੈ, ਠੀਕ ਹੈ। ਤਾਂ ਆਨੰਦ ਸਾਹਿਬ ਹੈ ਜਿਹੜੀ ਇਹ ਅਮਰਦਾਸ ਜੀ ਦੀ ਰਚਨਾ ਹੈ। ਪੱਟੀ, ਠੀਕ ਹੈ, ਬਾਣੀ ਰਚੀ ਇਹਨਾਂ ਨੇ। ਅਲਾਉਣੀਆਂ ਰਚੀਆਂ, ਠੀਕ ਹੈ, ਅਤੇ 4 12 20 ਰਚੀਆਂ ਨੇ। ਅਤੇ ਇਹਨਾਂ ਦੀ ਬਾਣੀ ਕਿੰਨੇ ਰਾਗਾਂ 'ਚ ਹੈ? 17 'ਚ। ਮੋਸਟ ਇੰਪੋਰਟੈਂਟ ਚੀਜ਼ ਹੈ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ ਇਹਨਾਂ ਦੀਆਂ ਕੁਝ ਹੋਰ ਇੰਪੋਰਟੈਂਟ ਰਚਨਾ, ਜਿਵੇਂ ਆਨੰਦ ਭਇਆ ਮੇਰੀ ਮਾਈ, ਹੈ ਨਾ, ਇਹ ਇਹਨਾਂ ਦੀ ਇੱਕ ਇੰਪੋਰਟੈਂਟ ਰਚਨਾ ਹੈ। ਨੈਕਸਟ ਏ ਸਰੀਰਾ ਮੇਰਿਆ ਇਹਨਾਂ ਦੀ ਇੰਪੋਰਟੈਂਟ ਰਚਨਾ ਹੈ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿਰਪਾ ਕਰਕੇ ਬਖਸ਼ ਲੈ। ਇਸ ਤਰੀਕੇ ਨਾਲ ਇਹ ਇਹਨਾਂ ਦੀਆਂ ਕੁਝ ਮੋਸਟ ਇੰਪੋਰਟੈਂਟ ਰਚਨਾ ਨੇ, ਠੀਕ ਹੈ। ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹਨਾਂ ਦੀਆਂ ਰਚਨਾਵਾਂ ਨੂੰ ਆਪਾਂ ਨੇ ਡਿਸਕਸ ਕਰ ਲਿਆ ਹੈ। ਤਾਂ ਹੁਣ ਤੱਕ ਆਪਾਂ 3 ਗੁਰੂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। ਤਾਂ ਚੌਥੇ ਗੁਰੂ ਨੂੰ ਡਿਸਕਸ ਕਰਦੇ ਹਾਂ ਜੀ ਆਪਾਂ, ਗੁਰੂ ਰਾਮਦਾਸ ਜੀ। ਚੌਥੇ ਗੁਰੂ ਸਨ। ਇਹਨਾਂ ਦਾ ਜੀਵਨ ਕਾਲ ਸੀ 24 ਸਤੰਬਰ 1534 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ,
ਤੇ 1581 ਈਸਵੀ ਦੇ ਵਿੱਚ ਇਹ ਜੋਤੀ ਜੋਤ ਸਮਾ ਗਏ ਸੀ। ਜਨਮ ਸਥਾਨ ਸੀ ਇਹਨਾਂ ਦਾ ਚੂਨਾ ਮੰਡੀ ਲਾਹੌਰ ਤੇ ਮੌਤ ਸਥਾਨ ਜੋਤੀ ਜੋਤ ਸਮਾਇਆ ਸੀ ਇਹਨਾਂ ਨੇ ਗੋਇੰਦਵਾਲ ਵਿਖੇ। ਠੀਕ ਹੈ ਜੀ। ਤਾਂ ਗੋਇੰਦਵਾਲ ਵਸਾਇਆ ਕਿਹਨੇ ਸੀ ਸ਼ਹਿਰ? ਤੀਸਰੇ ਗੁਰੂ ਨੇ। ਠੀਕ ਹੈ। ਇੱਦਾਂ ਮਤਲਬ ਚੀਜ਼ਾਂ ਨੂੰ ਰਿਲੇਟ ਕਰੋ, ਸਮਝ ਗਏ, ਉਹਨਾਂ ਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕਰੋ। ਇਹਨਾਂ ਦਾ ਪਹਿਲਾ ਨਾਂ ਸੀ ਭਾਈ ਜੇਠਾ ਜੀ। ਠੀਕ ਹੈ। ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ, ਭਾਈ ਜੇਠਾ ਜੀ। ਨੈਕਸਟ ਗੱਲ ਹੈ ਜੀ ਗੁਰਗੱਦੀ ਤੇ। ਤਾਂ ਗੁਰਗੱਦੀ ਦੇਖੋ 1574 ਈਸਵੀ ਦੇ ਵਿੱਚ ਤੀਸਰੇ ਗੁਰੂ ਦੀ ਮੌਤ ਹੋ ਜਾਂਦੀ ਹੈ, ਉਹ ਜੋਤੀ ਜੋਤ ਸਮਾ ਗਏ ਸੀ। ਤੀਸਰੇ ਗੁਰੂ ਕਹਿ ਸਕਦੇ ਹਾਂ ਅਮਰਦਾਸ ਜੀ। ਅਮਰਦਾਸ ਜੀ ਜੋਤੀ ਜੋਤ ਸਮਾਈ ਤਾਂ 1574 ਦੇ ਵਿੱਚ ਇਹ ਗੁਰਗੱਦੀ ਉੱਤੇ ਵਿਰਾਜਮਾਨ ਹੋਈ। ਠੀਕ ਹੈ। ਤਾਂ ਇਹਨਾਂ ਨੇ ਜੋਤੀ ਜੋਤ ਕਦੋਂ ਸਮਾਈ ਸੀ? ਇਹ 1581 ਦੇ ਵਿੱਚ। ਤਾਂ 1581 ਤੱਕ ਇਹ ਗੁਰਗੱਦੀ ਦੇ ਉੱਤੇ ਰਹੇ ਸੀ। ਇਸ ਤਰੀਕੇ ਨਾਲ ਇਹ ਚੀਜ਼ ਨੂੰ ਆਪਾਂ ਨੇ ਡਿਸਕਸ ਕਰ ਲਿਆ। ਤਾਂ ਇਸ ਤਰੀਕੇ ਨਾਲ ਇਹ ਪੁਆਇੰਟ ਆਪਣਾ ਹੋ ਗਿਆ ਡਿਸਕਸ। ਨੈਕਸਟ ਪੁਆਇੰਟ ਹੈ ਜੀ ਮਸੰਦ ਪ੍ਰਥਾ। ਮੈਂ ਕਹਿੰਦਾ ਇਹ 'ਤੇ ਸਟਾਰ ਲਗਾ ਲਓ ਤੁਸੀਂ ਐਵੇਂ। ਠੀਕ ਹੈ। ਸਟਾਰ ਲਗਾ ਕੇ ਲਿਖ ਲਓ ਵੀ ਇੰਨੀ ਇੰਪੋਰਟੈਂਟ ਚੀਜ਼ ਹੈ ਇਹ, ਜਿੰਨੇ ਸਟਾਰ ਲਗਾ ਲਓਗੇ ਘੱਟ ਨਹੀਂ। ਠੀਕ ਹੈ। ਤਾਂ ਇਸ ਤਰੀਕੇ ਨਾਲ ਜੋ ਮਸੰਦ ਪ੍ਰਥਾ ਦੀ ਸ਼ੁਰੂਆਤ ਪੁੱਛੀ ਜਾਊਗੀ ਤੁਹਾਨੂੰ ਵੀ ਕਿਸ ਨੇ ਸ਼ੁਰੂ ਕੀਤੀ, ਤਾਂ ਇਹ ਕੀਤੀ ਸੀ ਚੌਥੇ ਗੁਰੂ ਰਾਮਦਾਸ ਜੀ ਨੇ। ਠੀਕ ਹੈ। ਤਾਂ ਇਹਨਾਂ ਨੇ ਇੱਕ ਰਾਮਦਾਸਪੁਰਾ ਸ਼ਹਿਰ ਵਸਾਇਆ, ਜਿਹਨੂੰ ਆਪਾਂ ਅੱਜ ਕੱਲ੍ਹ ਅੰਮ੍ਰਿਤਸਰ ਕਹਿੰਦੇ ਹਾਂ। ਠੀਕ ਹੈ। ਗੁਰੂ ਕਾ ਚੱਕ ਵੀ ਇਸ ਨੂੰ ਕਿਹਾ ਜਾਂਦਾ ਹੈ। ਤਾਂ ਰਾਮਦਾਸਪੁਰਾ ਸ਼ਹਿਰ ਵਸਾਇਆ ਸੀ। ਠੀਕ ਹੈ। ਜਿਸ ਦਾ ਬਾਅਦ ਵਿੱਚ ਨਾਂ ਅੰਮ੍ਰਿਤਸਰ ਪੈ ਗਿਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋਗੇ। ਠੀਕ ਹੈ। ਤਾਂ ਇਹਨਾਂ ਦੇ ਜੋ ਸਮਕਾਲੀ ਸਨ ਇਹ ਅਕਬਰ ਸਨ। ਠੀਕ ਹੈ। ਰਾਜਾ ਅਕਬਰ ਇਸ ਦਾ ਸਮਕਾਲੀ ਸੀ। ਇਹਨਾਂ ਦੇ ਉੱਤਰਾਧਿਕਾਰੀ ਗੁਰੂ ਅਰਜਨ ਦੇਵ ਜੀ। ਤਾਂ ਗੁਰੂ ਅਰਜਨ ਦੇਵ ਜੀ 5ਵੇਂ ਗੁਰੂ ਬਣੇ। ਰਾਮਦਾਸ ਤੋਂ ਬਾਅਦ ਜੋ ਗੁਰਗੱਦੀ ਸੀ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਸੀ। ਠੀਕ ਹੈ। ਅਤੇ ਹੁਣ ਆਪਾਂ ਇਹਨਾਂ ਦੀਆਂ ਕੁਝ ਰਚਨਾਵਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਤਾਂ ਦੇਖੋ ਜੀ 638 ਮੰਤਰ ਨੇ। ਠੀਕ ਹੈ। ਅਤੇ ਆਪਾਂ ਕਹਿ ਸਕਦੇ ਹਾਂ ਕਿ 30 ਰਾਗਾਂ ਦੇ ਵਿੱਚ ਇਹਨਾਂ ਦੀ ਬਾਣੀ ਹੈ ਜਿਹੜੀ ਉਹ ਰਚਨਾ ਕੀਤੀ ਸੀ ਇਹਨਾਂ ਨੇ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਅਤੇ ਇੱਕ ਇੰਪੋਰਟੈਂਟ ਚੀਜ਼ ਹੋਰ, ਆਨੰਦ ਸਾਹਿਬ ਆਪਣੀ ਤੀਸਰੇ ਗੁਰੂ ਦੀ ਰਚਨਾ ਕੀ ਹੈ ਉਹ ਅਲੱਗ, ਮਤਲਬ ਉਹਨੂੰ ਅਲੱਗ ਰੱਖਿਓ, ਕਿਤੇ ਵਿੱਚ ਮਿਕਸ ਨਾ ਕਰ ਦਿਓ। ਠੀਕ ਹੈ। ਆਨੰਦ ਸਾਹਿਬ ਹੈ ਜਿਹੜੀ ਉਹ ਹੈ ਮਤਲਬ ਰਚਨਾ, ਕਹਿ ਸਕਦੇ ਹਾਂ ਆਨੰਦ ਕਾਰਜ ਵੀ ਇੱਕ ਵਿਆਹ ਦੀ ਰਸਮ ਹੈ ਨਾ। ਠੀਕ ਹੈ। ਆਨੰਦ ਸਾਹਿਬ ਹੈ ਜਿਹੜੀ ਉਹ ਰਚਨਾ ਹੈਗੀ, ਕਹਿ ਸਕਦੇ ਆਪਾਂ ਤੀਸਰੇ ਗੁਰੂ ਦੀ। ਅਤੇ ਇਸ ਤੋਂ ਬਿਨਾਂ ਲਾਵਾਂ, ਹੁਣ ਆਨੰਦ ਕਾਰਜ ਜਦੋਂ ਹੁੰਦੇ ਨੇ ਉਦੋਂ 4 ਲਾਵਾਂ ਪੜ੍ਹੀਆਂ ਜਾਂਦੀਆਂ ਨੇ, ਹੈ ਨਾ। ਤਾਂ ਉਹ ਜਿਹੜੀਆਂ 4 ਲਾਵਾਂ, ਜਿਹਦਾ ਅਰਥ ਹੈ ਵੀ 4 ਸਤਰਾਂ ਦਾ ਸਮੂਹ, ਤਾਂ 4 ਲਾਵਾਂ ਦੀ ਰਚਨਾ ਚੌਥੇ ਗੁਰੂ ਨੇ ਕੀਤੀ ਸੀ। ਠੀਕ ਹੈ। ਰਾਮਦਾਸ ਜੀ ਨੇ ਕੀਤੀ ਸੀ, ਜਿਸ ਨੂੰ ਵਿਆਹ ਦੀ ਰਸਮ ਸੰਪੰਨ ਕਰਨ ਵੇਲੇ ਉਚਾਰਿਆ ਜਾਂਦਾ। ਠੀਕ ਹੈ। ਜਦੋਂ ਵਿਆਹ ਹੁੰਦਾ ਮਤਲਬ ਕਿ ਇੱਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਮਤਲਬ ਵਿਆਹ ਕਰਨ ਵਾਲੇ ਹਨ, ਜੋ ਲਾੜਾ ਲਾੜੀ ਨੇ ਉਹ ਆਲੇ ਦੁਆਲੇ ਪਰਿਕਰਮਾ ਕਰਦੇ ਨੇ। ਇੱਕ ਲਾਮ ਪੜ੍ਹੀ, ਠੀਕ ਹੈ, ਫਿਰ ਪਰਿਕਰਮਾ ਕੀਤੀ, ਫਿਰ ਇੱਕ ਲਾਮ ਪੜ੍ਹੀ, ਪਰਿਕਰਮਾ ਕੀਤੀ। ਤਾਂ ਇਸ ਤਰ੍ਹਾਂ ਮਤਲਬ ਕਿ ਇਹ 4 ਲਾਵਾਂ ਨੇ ਜਿਹੜੀਆਂ ਇਹ ਮਤਲਬ ਕਿ ਆਨੰਦ ਕਾਰਜ ਦੀ ਰਸਮ ਪੂਰੀ ਹੁੰਦੀ ਹੈ। ਠੀਕ ਹੈ। ਤਾਂ ਇਸ ਸਮੇਂ ਆਪਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਕਿ 4 ਲਾਵਾਂ ਰਾਮਦਾਸ ਦੀ ਰਚਨਾ, ਆਨੰਦ ਸਾਹਿਬ ਜਿਹੜੀ ਉਹ ਤੀਸਰੇ ਗੁਰੂ ਦੀ ਰਚਨਾ। ਠੀਕ ਹੈ। ਕਈ ਵਾਰ ਆਨੰਦ ਕਾਰਜ ਨਾਲ ਮਿਕਸ ਕਰਕੇ ਤੁਸੀਂ ਉਹਨੂੰ ਮਤਲਬ ਮਿਕਸ ਨਾ ਕਰ ਲਿਓ। ਠੀਕ ਹੈ। ਤਾਂ ਆਨੰਦ ਕਾਰਜ ਸਮੇਂ ਇਹ 4 ਲਾਵਾਂ ਪੜ੍ਹੀਆਂ ਜਾਂਦੀਆਂ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ 5ਵੇਂ ਗੁਰੂ ਬਾਰੇ, ਸ਼੍ਰੀ ਗੁਰੂ ਅਰਜਨ ਦੇਵ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਜੀਵਨ ਕਾਲ ਸੀ, ਇਹਨਾਂ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਹੋਇਆ। ਅਤੇ ਜੋਤੀ ਜੋਤ ਇਹਨਾਂ ਨੇ 1606 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਏ ਸੀ। ਜਨਮ ਸਥਾਨ ਗੋਇੰਦਵਾਲ ਅਤੇ ਮੌਤ ਸਥਾਨ ਯਾਨੀ ਕਿ ਜੋਤੀ ਜੋਤ ਇਹਨਾਂ ਨੇ ਸਮਾਇਆ ਸੀ ਇਹ ਲਾਹੌਰ ਵਿਖੇ ਸਮਾਇਆ ਸੀ। ਠੀਕ ਹੈ ਜੀ। ਜੋਤੀ ਜੋਤ ਸਮਾ ਗਏ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਗੁਰਗੱਦੀ। ਠੀਕ ਹੈ। ਤਾਂ ਗੁਰਗੱਦੀ ਦੇ ਉੱਤੇ ਇਹ ਵਿਰਾਜਮਾਨ ਰਹੇ ਨੇ 1581 ਤੋਂ 1606 ਈਸਵੀ ਤੱਕ। 1590 ਈਸਵੀ ਵਿੱਚ ਤਰਨ ਤਾਰਨ ਅਤੇ 1594 ਈਸਵੀ ਵਿੱਚ ਕਰਤਾਰਪੁਰ ਇਹ ਜਲੰਧਰ ਵਾਲਾ ਹੈ। ਠੀਕ ਹੈ। ਤਾਂ ਜਲੰਧਰ ਦੇ ਵਿੱਚ ਮਤਲਬ ਜਿਹੜਾ ਉਹ ਕਰਤਾਰਪੁਰ, ਠੀਕ ਹੈ, ਸਥਾਪਿਤ ਇਹਨਾਂ ਨੇ ਕੀਤਾ ਸੀ। ਇਹ ਸ਼ਹਿਰਾਂ ਬਾਰੇ ਵੀ ਇੰਪੋਰਟੈਂਟ ਚੀਜ਼ ਹੈ, ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਵਿਖੇ 3 ਸਰੋਵਰ। ਦੇਖੋ ਰਾਮਦਾਸਪੁਰ ਸ਼ਹਿਰ ਸੀ ਜਿਹੜਾ ਉਹ ਚੌਥੇ ਗੁਰੂ ਨੇ ਵਸਾਤਾ। ਠੀਕ ਹੈ। ਪਰ ਉੱਥੇ ਹਾਲੇ ਕੰਮ ਰਹਿੰਦਾ ਸੀ ਕਰਨਾ, ਹੈ ਨਾ। ਮਤਲਬ ਕਿ ਉੱਥੇ 3 ਸਰੋਵਰਾਂ ਦੀ ਜਿਹੜੀ ਖੁਦਵਾਈ ਦਾ ਕੰਮ ਕਰਵਾਇਆ, ਜਿਵੇਂ ਕਿ ਅੰਮ੍ਰਿਤਸਰ, ਇੱਕ ਸਰੋਵਰ ਦਾ ਨਾਂ ਸੀ ਅੰਮ੍ਰਿਤ, ਸਰ ਦਾ ਅਰਥ ਹੁੰਦਾ ਸਮੁੰਦਰ, ਸਰੋਵਰ ਕਹਿ ਸਕਦੇ ਆਪਾਂ, ਸੌਰੀ। ਠੀਕ ਹੈ। ਠੀਕ ਹੈ। ਸਰ ਦਾ ਅਰਥ ਕਹਿ ਸਕਦੇ ਹਾਂ ਸਰੋਵਰ। ਤਾਂ ਇੱਕ ਦਾ ਨਾਂ ਸੀ ਅੰਮ੍ਰਿਤ, ਇੱਕ ਦਾ ਨਾਂ ਸੀ ਸੰਤੋਖ, ਹੈ ਨਾ। ਸੰਤੋਖ ਸਰ ਮਤਲਬ ਕਿ ਸਰ ਸਰੋਵਰ। ਠੀਕ ਹੈ। ਅੰਮ੍ਰਿਤ, ਸੰਤੋਖ ਅਤੇ ਰਾਮ। ਠੀਕ ਹੈ। ਰਾਮਸਰ, ਸੰਤੋਖਸਰ ਅਤੇ ਅੰਮ੍ਰਿਤਸਰ, ਇਹ 3 ਸਰੋਵਰਾਂ ਦੀ ਖੁਦਾਈ ਪੂਰੀ ਕਰਵਾਈ ਸੀ। ਠੀਕ ਹੈ। ਮਤਲਬ ਕਿ ਸ਼ੁਰੂਆਤ ਤਾਂ ਦੇਖੋ ਜਦੋਂ ਸ਼ਹਿਰ ਵਸਾਇਆ ਚੌਥੇ ਗੁਰੂ ਨੇ ਰਾਮਦਾਸਪੁਰਾ। ਠੀਕ ਹੈ। ਬਾਅਦ ਵਿੱਚ ਨਾਮ ਉਹਦਾ ਅੰਮ੍ਰਿਤਸਰ ਪੈ ਗਿਆ, ਕਿਉਂਕਿ ਉੱਥੇ ਇਹ ਸਰੋਵਰ ਬਣ ਗਿਆ ਸੀ ਨਾ ਅੰਮ੍ਰਿਤਸਰ।
ठीक है। तो इस तरीके नाल इहदा नाम बाद विच ਅੰਮ੍ਰਿਤਸਰ पै गया। तो हुण तुसीं इस चीज़ नूं ध्यान दे विच रखो भी काम पूरा सी जिहड़ा उत्थे जिवें कि आपां कह सकदे हां हरमंदर साहिब दी उसारी करवाई, ठीक है, यह ਸਰੋਵਰਾਂ ਦੀ खुदवाई पूरी करवाई। तो यह काम पंजवें गुरु ने किया, अर्जन देव जी ने किया, ठीक है। तो इस चीज़ नूं तुसीं ध्यान दे विच रखो, हरमंदर साहिब की उसारी ते इन्हां 3 ਸਰੋਵਰਾਂ की खुदवाई। नैक्सट आपां गल करदे हां श्री गुरु हरमंदर साहिब की जिहड़ी नींह सी ਉਹ सूफी संत साईं मियाँ मीर तो रखवाई गई सी। इंपोर्टेंट चीज़ है जी, इसनूं तां हाईलाइट करके मैं कहना लिख लो, ठीक है। हरमंदर साहिब की जिहड़ी मतलब नींह, ठीक है, वो रखवाई गई सी मियाँ मीर तो। नैक्सट आपां गल करदे हां जी 1588, इसका ईयर भी तुसीं ध्यान दे रखोगे। नैक्सट आपां गल करदे हां जी भाई गुरदास जी ने श्री गुरु अर्जन देव जी की देख रेख हेठ 1604 ईस्वी विच आदि ग्रंथ का संपादन शुरू किया। 16 अगस्त 1604 ईस्वी विच हरमंदर साहिब दे विच स्थापित किया गया श्री गुरु आदि ग्रंथ नूं, ठीक है। तो बाबा बुढ़ा जी नूं पहले ग्रंथ ही थापिया गया, इस चीज़ नूं तुसीं ध्यान दे विच रखना है। तो इन्हां दी संपादना का काम किहने कीता? पंजवें गुरु ने, गुरु अर्जन देव जी ने। आदि ग्रंथ की संपादना एक इन्हां दा प्रमुख कह सकते हैं काम सी, ठीक है। तो देखो जी सुखमणी साहिब इन्हां दी एक रचना है, सुखमणी साहिब, ठीक है, सुखां दी मणी, यानी कि शांति का जबूर भी इन्हूं कह दिता जाता है, एक अर्थ है ना लै लिया जाता है। सुखां दी मणी सुखमणी साहिब का जिहड़ा पाठ हुंदा है ना, तो सुखमणी साहिब पंजवें गुरु की रचना है। गुरु जी की शाहकार रचना जिहड़ी वो सुखमणी साहिब है। इस चीज़ तुसीं ध्यान दे रखोगे। एक चीज़ होर भी समझ लो जी, भाई गुरदास ने जो 12 रचियां ने, ठीक है, भाई गुरदास ने जो 12 रचियां ने, 39 40 कह सकते आपां, है ना। तो जो 40-12 रचियां ने उन्होंने गुरबाणी की कुंजी कहा जाता है। इस चीज़ नूं तुसीं ध्यान दे विच रखना है, ठीक है जी, गुरबाणी की कुंजी कहा जाता है। तो एक गल होर, जो 12 ने वो श्री गुरु ग्रंथ साहिब दे विच दर्ज नहीं हैगियां, उन्होंने बाणी की गुरबाणी की कुंजी कहा जाता है, ठीक है। इस चीज़ नूं तुसीं ध्यान दे विच रखना है। एक इंपोर्टेंट चीज़ होर, दसबंध, मसंद अलग सी, दसबंध अलग है। तो दसबंध की शुरुआत की जिसका अर्थ है आमदन का 10वां हिस्सा दान करना। हुण देखो मन के चलो भी जो भी आमदन एक सिख की गुरसिख की वो अपनी आमदन का 10वां हिस्सा दान करेगा, लोड़वंद ने उन्होंने देवेगा, जे किसी को कोई चीज़ की लोड़ है लोड़वंद नूं उसनूं दान करेगा, ठीक है। इस तरीके नाल दसबंध प्रथा शुरू की सी पंजवें गुरु ने। तो इन्हां दे समकाली सन अकबर ते जहांगीर, ठीक है। तत्ती तवी ते बिठा के गुरु जी नूं शहीद किया गया सी। मुगलों हत्थों शहीदी पाने वाले पहले गुरु सन, इसलिए इन्हां नूं शहीदां दे सिरताज भी कहा जाता है, ठीक है। शहीदां दे सिरताज इत्थे तो क्वेश्चन बन सकता है, ठीक है। तो ये पहले गुरु सन, पहले मतलब शहीद भी इन्हों कहा गया है ना, भी इस तो बाद शहीदियां की शुरुआत हो गई सी, ठीक है। तो पहले सिख गुरु सन ये जिहड़े इन्हों शहीद किया गया सी, ठीक है। तो इस तरीके नाल कह सकते हैं कि शहीदियां की पिरत पै गई सी, इन्हों शहीदां दे सिरताज भी कहा जाता है। यही एक इंपोर्टेंट पॉइंट है, तुसीं इसनूं ध्यान दे विच रखोगे। इस तो बाद इन्हां दी रचनावां की गल करते हैं। सुखमनी साहिब आपां समझ चुके हैं, ठीक है। इस तो बिना देखो जी गुरु ग्रंथ साहिब दे विच सब तो वध बाणी जेकर पुछी जाए तो वो गुरु अर्जन देव जी की है, ठीक है। तू मेरा पिता तू है माता मिठ बुलड़ा जी हर सजन। तो इस तो बाद है मेरा मन लोचे गुरदर्शन ताई। यह इन्हां दी प्रमुख रचनावां ने, इन्हां नूं तुसीं ध्यान दे के रखोगे। एक सुखमनी साहिब ना भुल जिओ, ठीक है, ये क्वेश्चन जिहड़ा वो बनता है, ठीक है जी। इस तरीके नाल ये आपां ने कुछ रचनावां भी डिस्कस इन्हां दियां कर लईआं ने। इस तो बाद आपां समझते हाँ जी छेवें गुरु बारे। छेवें गुरु सन, इनू आपां संखेप दे ये समझ लांगे, ठीक है। छेवें गुरु सन गुरु हरगोबिंद जी, छेवें गुरु। तो जिहड़ा जीवन काल सी इन्हां दा 1595 तो 1644 तक, ठीक है। पिता का नाम गुरु अर्जन देव जी, माता का नाम गंगा, तो पत्नी का नाम कह सकते हैं आपां दमोदरी ते नानकी। सपुत्र सन इन्हां दे गुरदित्ता, अणी राय, सूरजमल, अटल राय, गुरु तेग बहादुर जी। इन्हां दी सपुत्री का नाम सी बीबी बीरो। तो इन्हां दा जो गुरु काल कह सकते हैं, जां गुरगद्दी सी, वो कह सकते हैं आपां कि 1606 ईस्वी तो 1644 ईस्वी तक ये गुरगद्दी उत्ते विराजमान रहे सी, ठीक है जी। तो एक चीज़ होर, इन्हों मीरी पीरी के मालक भी कहा जाता है। तो गुरु हरगोबिंद जी ने मीरी ते पीरी या 2 तलवारां धारण कीतियां, मीरी पीरी के मालक भी कहा जाता है। सच्चे पातशाह भी इन्हों कहा जाता है, ठीक है। तो एक बंदी छोट, ठीक है, मतलब कि 52 राजियां समेत ये ग्वालियर के किले चों आए सी, है ना। तो बंदी छोड़ दिवस जिहड़ा वो भी इन्हां दी याद विच सैलीब्रेट किया जाता है, ठीक है। बंदी छोड़ वाला इतिहास भी इन्हां नाल जुड़िया होया है। तो 1609 ईस्वी विच श्री हरमंदर साहिब
ਦੇ ਬਿਲਕੁਲ ਸਾਹਮਣੇ ਇਹਨਾਂ ਨੇ ਇੱਕ ਇਮਾਰਤ ਦੀ ਉਸਾਰੀ ਕਰਵਾਈ ਸੀ ਜਿਸ ਦਾ ਨਾਂ ਅਕਾਲ ਤਖਤ ਰੱਖਿਆ ਗਿਆ। ਉੱਥੇ ਬਹਿ ਕੇ ਇਹ ਮਤਲਬ ਕਿ ਲੋਕਾਂ ਨੂੰ ਦੁਨਿਆਵੀ ਅਧਿਆਤਮਿਕ ਵਿੱਦਿਆ ਸੀ ਜਿਹੜੀ ਉਹ ਦਿੰਦੇ ਸੀ, ਸਿੱਖਿਆਵਾਂ ਦਿੰਦੇ ਸੀ। ਤਾਂ ਸਮਕਾਲੀ ਗੁਰੂ ਰਾਜੇ ਸਨ, ਇਸ ਗੁਰੂ ਦੇ ਸਮਕਾਲੀ ਰਾਜੇ ਸੀ ਇਹ ਜਹਾਂਗੀਰ ਤੇ ਸ਼ਾਹ ਜਹਾਂ ਸੀ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਕੀਰਤਪੁਰ ਸ਼ਹਿਰ ਵਸਾਏ ਇਹਨਾਂ ਨੇ, ਇਹ ਇੱਕ ਇੰਪੋਰਟੈਂਟ ਚੀਜ਼ ਹੈ, ਇਸ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਤਾਂ ਕਾਫੀ ਇੰਨਾ ਠੀਕ ਹੈ, ਆਪਾਂ ਨੇ ਸੰਖੇਪ ਦੇ ਵਿੱਚ ਹੀ ਡਿਸਕਸ ਕਰਨਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕਿ ਜੋ ਆਪਣੇ ਕੋਲ ਨੈਕਸਟ ਪੁਆਇੰਟ ਹੈ, 7ਵਾਂ ਪੁਆਇੰਟ ਹੈਗਾ ਕਿ 7ਵੇਂ ਗੁਰੂ ਸਨ ਗੁਰੂ ਹਰ ਰਾਏ ਜੀ। ਤਾਂ ਹਰ ਰਾਏ ਜੀ ਸਨ ਜਿਹੜੇ ਇਹ 7ਵੇਂ ਗੁਰੂ ਸਨ। ਅਤੇ ਜੇਕਰ ਇਹਨਾਂ ਦੇ ਜੀਵਨ ਕਾਲ ਦੀ ਗੱਲ ਕਰੀਏ ਆਪਾਂ, 1630 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਅਤੇ 1661 ਈਸਵੀ ਦੇ ਵਿੱਚ ਇਹ ਜੋਤੀ ਜੋਤ ਸਮਾ ਗਏ ਸੀ। ਇਹਨਾਂ ਦੇ ਪਿਤਾ ਨਾਂ ਸੀ ਗੁਰਦਿੱਤਾ ਅਤੇ ਮਾਤਾ ਦਾ ਨਾਂ ਅਨੰਤੀ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਨੈਕਸਟ ਇਹਨਾਂ ਦੇ ਜੋ ਸਮਕਾਲੀ ਸਨ ਇਹ ਸ਼ਾਹ ਜਹਾਂ ਅਤੇ ਔਰੰਗਜ਼ੇਬ ਸਨ। ਤਾਂ ਸਮਕਾਲੀ ਮੁਗਲ ਰਾਜੇ ਨੇ ਜਿਹੜੇ, ਇਹਨਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋ। ਇਸ ਤੋਂ ਬਾਅਦ ਹੈ ਜੀ 8ਵੇਂ ਗੁਰੂ ਗੁਰੂ ਹਰਕ੍ਰਿਸ਼ਨ ਜੀ। ਤਾਂ ਗੁਰੂ ਹਰਕ੍ਰਿਸ਼ਨ ਜੀ ਸਨ ਜਿਹੜੇ ਇਹ 8ਵੇਂ ਗੁਰੂ ਸਨ। ਤਾਂ ਇਹਨਾਂ ਦਾ ਜੋ ਜੀਵਨ ਕਾਲ ਸੀ ਇਹ 1656 ਤੋਂ 1664 ਈਸਵੀ ਤੱਕ ਸੀ। ਇਹ ਜੀਵਨ ਕਾਲ ਨੂੰ ਧਿਆਨ ਦੇ ਵਿੱਚ ਰੱਖਿਓ। ਅਤੇ ਸਭ ਤੋਂ ਛੋਟੀ ਉਮਰ ਦੇ ਗੁਰੂ ਸੀ ਇਹ, ਬਾਲ ਗੁਰੂ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਸਭ ਤੋਂ ਛੋਟੀ ਉਮਰ ਦੇ ਗੁਰੂ ਸਨ। ਠੀਕ ਹੈ, ਅਤੇ ਚੇਚਕ ਦੇ ਕਾਰਨ ਇਹਨਾਂ ਦੀ ਮੌਤ ਹੋ ਗਈ ਸੀ। 8ਵੇਂ ਗੁਰੂ ਬਣੀ। ਠੀਕ ਹੈ, ਪਿਤਾ ਦਾ ਨਾਂ ਹਰ ਰਾਏ ਅਤੇ ਮਾਤਾ ਦਾ ਨਾਂ ਸੁਲੱਖਣੀ। ਠੀਕ ਹੈ, ਸਮਕਾਲੀ ਔਰੰਗਜ਼ੇਬ ਸੀ ਅਤੇ ਗੁਰੂ ਕਾਲ ਕਹਿ ਸਕਦੇ ਇਹਨਾਂ ਦਾ ਕਿ 1661 ਈਸਵੀ ਦੇ ਵਿੱਚ। ਤਾਂ ਦੇਖੋ ਜਦੋਂ ਇਸ ਇੱਦਾਂ ਹੀ ਜੁੜੀ ਹੋਈ ਹੈ ਇਹ ਚੀਜ਼ ਵੀ 1600 ਦੇ ਵਿੱਚ ਜਿਹੜਾ ਗੁਰੂ ਮਤਲਬ ਕਿ ਹੁਣ ਜਿਵੇਂ 1661 ਦੇ ਵਿੱਚ ਇਹ ਗੁਰੂ 7ਵਾਂ ਗੁਰੂ ਸਨ ਜਿਹੜੇ ਇਹ ਜੋਤੀ ਜੋਤ ਸਮਾ ਗਏ ਤਾਂ ਇਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ। ਠੀਕ ਹੈ, ਤਾਂ ਗੁਰਗੱਦੀਆਂ ਨੂੰ ਤੁਸੀਂ ਇੱਦਾਂ ਰਿਲੇਟ ਕਰਕੇ ਯਾਦ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਇਹਨਾਂ ਦਾ ਜੋ ਜੀਵਨ ਕਾਲ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਉੱਤਰਾਧਿਕਾਰੀ। ਇਸ ਤੋਂ ਬਾਅਦ ਇਹਨਾਂ ਦੇ ਉੱਤਰਾਧਿਕਾਰੀ ਸੀ ਜਿਹੜੇ ਉਹ ਗੁਰੂ ਤੇਗ ਬਹਾਦਰ ਜੀ ਬਣੇ। ਠੀਕ ਹੈ, ਤਾਂ ਇਹ 8ਵੇਂ ਗੁਰੂ ਸਨ। ਇਸ ਤੋਂ ਬਾਅਦ 9ਵੇਂ ਗੁਰੂ ਸੀ ਜਿਹੜੇ ਉਹ ਗੁਰੂ ਤੇਗ ਬਹਾਦਰ ਜੀ ਬਣੇ ਨੇ। ਤਾਂ ਹੁਣ ਆਪਾਂ 9ਵੇਂ ਗੁਰੂ ਬਾਰੇ ਸਮਝਦੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ 9ਵੇਂ ਗੁਰੂ ਸਨ। ਠੀਕ ਹੈ, ਅਤੇ ਦੇਖੋ ਜੀ ਇਹਨਾਂ ਦਾ ਮਤਲਬ ਜਿਹੜਾ ਜੀਵਨ ਕਾਲ ਸੀ ਇਹ 1 ਅਪ੍ਰੈਲ 1621 ਈਸਵੀ ਨੂੰ ਜਨਮ ਹੁੰਦਾ ਅਤੇ 1675 ਈਸਵੀ ਦੇ ਵਿੱਚ ਇਹਨਾਂ ਨੂੰ ਇਹ ਸ਼ਹੀਦੀ ਪਾ ਗਏ ਸੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਯਾਦ ਰੱਖੋ ਤੁਸੀਂ। ਜਨਮ ਸਥਾਨ ਅੰਮ੍ਰਿਤਸਰ ਅਤੇ ਮੌਤ ਸਥਾਨ ਚਾਂਦਨੀ ਚੌਕ ਦਿੱਲੀ। ਠੀਕ ਹੈ ਜੀ, ਇਹਨਾਂ ਦਾ ਪਹਿਲਾ ਨਾਮ ਸੀਗਾ ਤਿਆਗਮੱਲ। ਠੀਕ ਹੈ ਜੀ, ਤਿਆਗਮੱਲ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਉਸ ਤੋਂ ਬਾਅਦ ਇਹ ਮਤਲਬ ਤੇਗ ਤਲਵਾਰ ਦੇ ਪੂਰਾ ਮਤਲਬ ਮਾਹਿਰ ਸਨ। ਠੀਕ ਹੈ, ਅਤੇ ਇਹਨਾਂ ਦਾ ਨਾਮ ਤੇਗ ਬਹਾਦਰ ਪੈ ਗਿਆ ਸੀ। ਠੀਕ ਹੈ, ਤੇਗ ਮਤਲਬ ਕਿਰਪਾਨ, ਠੀਕ ਹੈ, ਤਲਵਾਰ, ਤਾਂ ਉਹਦੇ ਵਿੱਚ ਪੂਰਾ ਮਾਹਿਰ ਸੀ ਇਹ। ਠੀਕ ਹੈ, ਤਾਂ ਇਹਨਾਂ ਦਾ ਨਾਂ ਤੇਗ ਬਹਾਦਰ ਪੈ ਗਿਆ। ਪਹਿਲਾਂ ਇਹਨਾਂ ਦਾ ਨਾਂ ਸੀਗਾ ਤਿਆਗਮੱਲ। ਠੀਕ ਹੈ, ਤਿਆਗਮੱਲ ਇਹ ਤਿਆਗ ਵਾਲਾ ਕਰਦੇ ਸੀ। ਇੱਕ ਇਹਨਾਂ ਨਾਲ ਮਤਲਬ ਕਹਾਣੀ ਜੁੜੀ ਹੋਈ ਹੈ। ਕਹਿੰਦੇ ਇਹਨਾਂ ਨੇ ਮਤਲਬ ਕਿ ਕੱਪੜੇ ਪਾ ਕੇ ਇਹ ਇੱਕ ਵਾਰ ਇੱਦਾਂ ਨੋਰਮਲੀ ਹੈ ਨਾ, ਜਿਵੇਂ ਆਪਾਂ ਵਿਚਰਦੇ ਹਾਂ ਸਮਾਜ ਦੇ ਵਿੱਚ ਵਿਚਰ ਰਹੇ ਸੀ, ਤਾਂ ਇਹਨਾਂ ਨੇ ਇੱਕ ਬੱਚੇ ਨੂੰ ਦੇਖਿਆ ਬਿਨਾਂ ਕੱਪੜਿਆਂ ਤੋਂ, ਤਾਂ ਆਪਣੇ ਕੱਪੜੇ ਲਾ ਕੇ ਉਹਨੂੰ ਦੇ ਆਏ ਸੀ। ਠੀਕ ਹੈ, ਤਾਂ ਇੱਦਾਂ ਮਤਲਬ ਤਿਆਗ ਦੀ ਭਾਵਨਾ ਇਹਨਾਂ ਦੇ ਵਿੱਚ ਹੈਗੀ ਸੀ। ਤਾਂ ਇੱਕ ਜਸਟ ਕਹਾਣੀ ਸੀ ਜੁੜੀ ਹੋਈ। ਠੀਕ ਹੈ, ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਹਿੰਦ ਦੀ ਚਾਦਰ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਇਹ ਇੱਕ ਇੰਪੋਰਟੈਂਟ ਲਾਈਨ ਹੈ। ਠੀਕ ਹੈ, ਇਸ ਨੂੰ ਧਿਆਨ ਦੇ ਵਿੱਚ ਰੱਖੋਗੇ। ਹਿੰਦ ਦੀ ਚਾਦਰ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ? 9ਵੇਂ ਗੁਰੂ ਤੇਗ ਬਹਾਦਰ ਜੀ ਨੂੰ। ਠੀਕ ਹੈ, ਅਤੇ ਇੱਕ ਗੱਲ ਹੋਰ ਦੇਖੋ ਜੀ, ਲਾਸਟ ਵਿੱਚ ਆਪਾਂ ਮਤਲਬ ਇੱਕ ਗੁਰੂ ਹੋਰ ਰਹਿ ਗਿਆ ਹੈ ਨਾ। ਚਲੋ ਆਪਾਂ ਗੁਰੂ ਗ੍ਰੰਥ ਸਾਹਿਬ ਬਾਰੇ ਤਾਂ ਨੈਕਸਟ ਡੇ ਡਿਸਕਸ ਕਰਾਂਗੇ। ਇੱਕ ਵਾਰ ਸਲਾਹ ਸੀ ਆਪਣੀ ਹੈ ਨਾ ਵੀ ਉਹ ਚੀਜ਼ ਵੀ ਆਪਾਂ ਡਿਸਕਸ ਕਰ ਲੈਂਦੇ। ਤਾਂ ਦੇਖੋ ਜੀ ਗੁਰਗੱਦੀ ਸੀ ਜਿਹੜੀ ਇਹ 1664 ਈਸਵੀ ਦੇ ਵਿੱਚ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਅਤੇ 1675 ਈਸਵੀ ਤੱਕ ਰਹੇ। ਅਨੰਦਪੁਰ ਸਾਹਿਬ ਵਸਾਇਆ। ਠੀਕ ਹੈ, ਇਹ ਜਿਹੜਾ ਅਨੰਦਪੁਰ ਸਾਹਿਬ ਸ਼ਹਿਰ ਸੀ ਇਹ ਵਸਾਇਆ ਸੀ, ਜਿਸ ਦਾ ਨਾਂ ਪਹਿਲਾਂ ਚੱਕ ਨਾਨਕੀ ਸੀ। ਠੀਕ ਹੈ, ਸਮਕਾਲੀ ਰਾਜਾ ਕੌਣ ਸੀ? ਔਰੰਗਜ਼ੇਬ। ਅਤੇ ਇਸ ਤੋਂ ਬਾਅਦ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਚਾਂਦਨੀ ਚੌਂਕ ਦਿੱਲੀ ਵਿਖੇ। ਠੀਕ ਹੈ, ਅਤੇ ਸ਼ਹਾਦਤ ਵਾਲੇ ਸਥਾਨ ਦੇ ਉੱਤੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ। ਇਹ ਧਿਆਨ ਦੇ ਵਿੱਚ ਰੱਖੋ, ਗੁਰਦੁਆਰਿਆਂ ਦੇ ਵਿੱਚੋਂ ਸਵਾਲ ਪੁੱਛਿਆ ਜਾਂਦਾ ਜਿੱਥੇ ਸ਼ਹਾਦਤ ਹੋਈ ਸੀ ਉਸ ਸਥਾਨ ਦੇ ਉੱਤੇ ਕਿਹੜਾ ਗੁਰਦੁਆਰਾ ਹੈਗਾ? ਗੁਰਦੁਆਰਾ ਸੀਸਗੰਜ ਸਾਹਿਬ। ਅਤੇ ਇਸ ਤੋਂ ਬਾਅਦ ਜਿੱਥੇ ਲੱਖੀ ਸ਼ਾਹ ਲੁਬਾਣਾ ਨੇ ਧੜ ਦਾ ਸੰਸਕਾਰ ਕੀਤਾ ਸੀ, ਠੀਕ ਹੈ, ਉੱਥੇ ਗੁਰਦੁਆਰਾ ਰਕਾਬਗੰਜ। ਠੀਕ ਹੈ, ਅਤੇ ਭਾਈ ਜੈਤਾ ਜੀ ਗੁਰੂ ਦਾ ਸੀਸ ਆਨੰਦਪੁਰ ਲੈ ਕੇ ਆਏ, ਜਿੱਥੇ ਗੁਰੂ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਇੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ। ਠੀਕ ਹੈ, ਇਹਨੂੰ ਧਿਆਨ ਦੇ ਵਿੱਚ ਰੱਖੋ। ਦੇਖੋ ਸ਼ਹਾਦਤ ਵਾਲੀ ਥਾਂ ਦੇ ਉੱਤੇ ਇਹ ਗੁਰਦੁਆਰਾ ਹੈ। ਠੀਕ ਹੈ, ਜਿੱਥੇ ਕਿ ਧੜ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਇਹ ਗੁਰਦੁਆਰਾ ਹੈ।
ठीक है। तो हुण सीस का संस्कार, ठीक है, भाई जैता जी आनंदपुर साहिब लै आए सी ना ये सीस इन्हां दा, ठीक है, भाई जैता जी जिन्हों मतलब कि रंगरेटे गुरु के बेटे कहा गया बाद विच, है ना। तो इत्थे अजकल गुरुद्वारा सीसगंज साहिब सुशोभित है, इस चीज़ नूं तुसीं ध्यान दे च रखोगे। तो इदां भी क्वेश्चन बन सकदा धड़ का संस्कार किहने कीता, ठीक है, भाई जैता जी मतलब सीस कौन लैके आया सी, भाई जैता जी, भाई जीवन जी भी दे नाल नाल इन्हां नूं जाणिया जांदा है, इस चीज़ नूं भी तुसीं ध्यान दे च रखोगे, ठीक है। तो नैक्सट आपां गल करदे हां इन्हां नूं, ठीक है, भाई जैता जी नूं दा नाम जीवन सिंह सी, ठीक है, इस चीज़ नूं भी तुसीं ध्यान दे च रखोगे। गुरु तेग बहादुर जी दे नाल तन सिंह, ठीक है, तन ਸਿੰਘਾਂ ਨੂੰ शहीद किया गया सी। तन सिंह कौन कौन सन, भाई मती दास, भाई सती दास, भाई दयाला जी, ठीक है। मतलब कि ਤੁਸੀਂ ਇੱਦਾਂ ਸਮਝੋ ਕਿ ਜਦੋਂ ਇਹਨਾਂ ਨੂੰ ਮਤਲਬ ਕਿ ਸ਼ਹੀਦ ਕਰ ਰਹੇ ਸੀ, ਠੀਕ ਹੈ, ਤਾਂ ਮਤਲਬ ਇਹਨਾਂ ਨੂੰ ਧਰਮ ਬਦਲਣ ਲਈ ਕਿਹਾ ਜਾ ਰਿਹਾ ਸੀ, ਠੀਕ ਹੈ। ਤਾਂ ਉਹ ਮਤਲਬ ਕਿ ਪਹਿਲਾਂ ਇਹਨਾਂ ਦੇ ਸਾਹਮਣੇ, ਠੀਕ ਹੈ, ਇਹ ਕਿਹਾ ਗਿਆ ਮਤਲਬ ਕਿ ਇਸ 'ਤੇ ਜਿਹੜੇ ਮਤਲਬ ਆਪਾਂ ਸਿੰਘ ਕਹਿ ਸਕਦੇ ਹਾਂ, ਤਿੰਨ ਜੋ ਸਿੰਘ ਸਨ, ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ, ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਕਬੂਲ ਕਰੋ ਧਰਮ, ਵੀ ਇਹਨਾਂ ਨੂੰ ਮਨਾਓ। ਤਾਂ ਗੁਰੂ ਜੀ ਤੋਂ ਪਹਿਲਾਂ ਮਤਲਬ ਇਹਨਾਂ ਨੂੰ ਉਹਨਾਂ ਦੇ ਸਾਹਮਣੇ ਹੈ ਨਾ ਕਿਹਾ ਗਿਆ, ਮਤਲਬ ਸ਼ਹੀਦ ਕੀਤਾ ਗਿਆ, ਅਲੱਗ ਅਲੱਗ ਤਰੀਕਿਆਂ ਨਾਲ ਦੇਗ ਦੇ ਵਿੱਚ ਬਾਲਿਆ ਗਿਆ, ਠੀਕ ਹੈ, ਆਰੇ ਨਾਲ ਚੀਰਿਆ ਗਿਆ। ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਕਿ ਗੁਰੂ ਮੰਨ ਜਾਣ, ਹੈ ਨਾ, ਵੀ ਉਹਨਾਂ ਨੂੰ ਦੇਖ ਕੇ ਵੀ ਇੰਨੇ ਬੁਰੀ ਤਰੀਕੇ ਨਾਲ ਸ਼ਹੀਦ ਕਰ ਰਹੇ ਨੇ ਤਾਂ ਫਿਰ ਵੀ ਨਹੀਂ ਉਹ ਮੰਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦੀ ਦੇ ਦਿੱਤੀ ਸੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ, ਠੀਕ ਹੈ। ਤਾਂ ਇਹ ਮਤਲਬ ਜਿਹੜੇ ਤਿੰਨ ਇਹਨਾਂ ਦੇ ਸਿੰਘ ਸਨ, ਇਹ ਨਾਲ ਸ਼ਹੀਦ ਹੋ ਗਏ ਸੀ। ਮਤਲਬ ਇਹ ਤਿੰਨ ਸਿੰਘ ਤਾਂ ਇਹ ਸੀ ਜਿਹੜੇ ਨਾਲ ਗੁਰੂ ਦੇ ਨਾਲ ਹੀ ਸ਼ਹੀਦੀ ਪਾ ਗਏ ਸੀ। ਇਸ ਤੋਂ ਬਿਨਾਂ ਇੱਕ ਮਤਲਬ ਹੋਰ ਘਟਨਾ ਜੁੜੀ ਹੋਈ ਹੈ, ਹੋਰ ਕਹਿ ਸਕਦੇ ਹਾਂ ਧਰਮ ਦੇ ਵਿੱਚ, ਕਿ ਜਿਹੜੇ ਤਿੰਨ ਚੇਲੇ ਸਨ, ਹੈ ਨਾ, ਵੀ ਉਹ ਤਿੰਨ ਜਿਹੜੇ ਸ਼ਿਸ਼ ਸੀ, ਚੇਲੇ ਸੀ ਨਾਲ, ਉਹ 13 ਸੀ, ਹੈ ਨਾ, ਮਤਲਬ ਇੱਕ ਕਿ ਉਹ ਘਟਨਾ ਹੈ ਕਿਸੇ ਧਰਮ ਦੀ ਹੈ, ਉਹ ਵੀ ਮੇ ਵੀ, ਠੀਕ ਹੈ। ਤਾਂ ਉਸ ਦੇ ਵਿੱਚ 13 ਜਣੇ ਸੀ ਨਾਲ, ਠੀਕ ਹੈ, ਇਹਨੂੰ ਆਪਾਂ ਸਮਝ ਲੈਣੇ। ਦੇਖੋ ਇਹ ਤਿੰਨ ਸੀ ਜਿਹੜੇ, ਇਹ ਤਾਂ ਸਟੈਂਡ ਲੈ ਗਏ, ਕਹਿੰਦੇ ਅਸੀਂ ਨਹੀਂ ਮੰਨਦੇ ਵੀ ਸਾਡੇ ਗੁਰੂ ਨੇ ਜੋ ਗੱਲ ਕਹਿਤੀ ਉਹ ਸੱਚ ਹੈ, ਠੀਕ ਹੈ। ਤਾਂ ਉਹ ਗੁਰੂ ਦੇ ਪੱਖ ਵਿੱਚ ਸ਼ਹੀਦੀ ਪਾ ਗਏ ਸੀ। ਪਰ ਇੱਕ 13 ਚੇਲੇ ਵਾਲੀ ਘਟਨਾ ਜੁੜੀ ਹੋਈ ਹੈ, ਵੀ ਉਹ 13 ਚੇਲੇ ਸੀ ਜਿਹੜੇ ਉਹ ਮੁੱਕਰ ਗਏ ਸੀ, ਠੀਕ ਹੈ, ਉਹਨਾਂ ਦੇ ਗੁਰੂ ਨੂੰ ਮਤਲਬ ਕਿ ਸੂਲੀ 'ਤੇ ਟੰਗਦਾ, ਤਾਂ ਉਹ 13 ਚੇਲੇ ਮੁੱਕਰ ਗਏ। ਤਾਂ ਇਸ ਤਰ੍ਹਾਂ ਮਤਲਬ 13 ਤਾਂ ਉਹ ਸੀ ਜਿਹੜੇ ਖੜ੍ਹੇ ਨਹੀਂ ਨਾਲ, ਮੌਕੇ ਦੇ ਉੱਤੇ ਸਾਥ ਛੱਡ ਕੇ ਭੱਜ ਗਏ। ਇਹ ਤਿੰਨ ਕਿਹੜੇ ਸੀ, ਜਿਹੜੇ ਨਾਲ ਖੜ੍ਹ ਗਏ, ਮੌਕੇ ਦੇ ਉੱਤੇ ਕੰਮ ਆ ਗਏ, ਮਤਲਬ ਮੁੱਕਰੇ ਨਹੀਂ ਹੈਗੇ, ਗੁਰੂ ਦਾ ਸਾਥ ਨਹੀਂ ਇਹਨਾਂ ਨੇ ਛੱਡਿਆ, ਠੀਕ ਹੈ। ਤਾਂ ਤਿੰਨ ਤਾਂ ਉਹ ਸੀ ਜਿਹੜਿਆਂ ਨੇ ਗੁਰੂ ਦਾ ਸਾਥ ਛੱਡਿਆ ਨਹੀਂ, 13 ਉਹ ਨੇ ਜਿਹੜਿਆਂ ਨੇ ਗੁਰੂ ਦਾ ਸਾਥ ਆਪਦੇ ਦਾ ਛੱਡਤਾ ਸੀ। ਤਾਂ ਇਸ ਕਰਕੇ ਇੱਕ ਕਹਾਵਤ ਬਣੀ ਹੋਈ ਹੈ ਵੀ ਨਾ ਤਿੰਨਾਂ 'ਚੋਂ ਨਾ 13 'ਚੋਂ, ਹੋ ਸਕਦਾ ਤੁਸੀਂ ਇਹ ਕਹਾਵਤ ਸੁਣੀ ਹੋਵੇ, ਨਾ ਤਿੰਨਾਂ 'ਚੋਂ ਨਾ 13 'ਚੋਂ, ਵੀ ਤਿੰਨ ਤਾਂ ਉਹ ਸੀ ਜਿਹੜੇ ਸਟੈਂਡ ਲੈ ਗਏ, ਜਿਹਨਾਂ 'ਚ ਸਿਦਕ ਸੀ, ਉਹ ਨਾਲ ਸ਼ਹੀਦੀ ਪਾ ਗਏ ਪਰ ਆਪਣੇ ਸਟੈਂਡ ਤੋਂ ਨਹੀਂ ਮੁੱਕਰੇ। 13 ਉਹ ਸੀ ਜਿਹੜੇ ਮੁੱਕਰ ਗਏ, ਠੀਕ ਹੈ। 13 ਹੁਣ ਜਿਹੜਾ ਵਿਅਕਤੀ 13 'ਚੋਂ, ਇਹਦਾ ਮਤਲਬ ਉਹ ਮੁੱਕਰ ਜਾਂਦਾ, ਠੀਕ ਹੈ। ਅਤੇ ਜਿਹੜਾ ਵਿਅਕਤੀ ਸਟੈਂਡ ਲੈ ਜਾਂਦਾ ਉਹਨੂੰ ਤਿੰਨਾਂ 'ਚੋਂ ਗਿਣਿਆ ਜਾਂਦਾ, ਅਤੇ ਜਿਹੜਾ ਨਾ ਸਟੈਂਡ ਲੈ ਸਕੇ, ਨਾ ਮੁੱਕਰ ਸਕੇ, ਉਹਨੂੰ ਵਿੱਚ ਵਿਚਾਲੇ ਜਿਹੇ ਗਿਣਿਆ ਜਾਂਦਾ, ਤਾਂ ਉਹਦੇ ਨੂੰ ਕੀ ਕਿਹਾ ਜਾਂਦਾ, ਨਾ ਤਿੰਨਾਂ 'ਚੋਂ ਨਾ 13 'ਚੋਂ। ਇਹ ਇੱਕ ਕਹਾਵਤ ਹੈ, ਠੀਕ ਹੈ, ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਜੋ ਇਹ 10ਵੇਂ ਗੁਰੂ ਸਨ, ਠੀਕ ਹੈ। ਜੀਵਨ ਕਾਲ ਨੂੰ ਧਿਆਨ ਦੇ 'ਚ ਰੱਖੋਗੇ। 22 ਦਸੰਬਰ 1666 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ ਅਤੇ 1708 ਈਸਵੀ ਦੇ ਵਿੱਚ ਇਹ ਜੋਤ ਜੋਤ ਸਮਾ ਗਏ ਸੀ। ਇਹਨਾਂ ਦਾ ਜੋ ਜਨਮ ਸਥਾਨ ਹੈ ਪਟਨਾ ਵਿਖੇ ਹੈ, ਠੀਕ ਹੈ, ਅਤੇ ਮੌਤ ਸਥਾਨ ਜਿਹੜਾ ਇਹ ਨਾਂਦੇੜ, ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ 'ਚ ਰੱਖੋਗੇ। ਇਹਨਾਂ ਦਾ ਪਹਿਲਾ ਨਾਮ ਸੀ ਗੋਬਿੰਦ ਰਾਏ, ਠੀਕ ਹੈ। ਬਾਅਦ ਵਿੱਚ ਇਹਨਾਂ ਨੇ ਕਹਿ ਸਕਦੇ ਆਪਾਂ ਕਿ ਖਾਲਸਾ ਪੰਥ ਦੀ ਸਾਜਨਾ ਕੀਤੀ। ਉਸ ਤੋਂ ਬਾਅਦ, ਠੀਕ ਹੈ, ਇਹਨਾਂ ਨੇ ਵੀ ਆਪਣੇ ਨਾਮ ਨਾਲ ਸਿੰਘ ਸ਼ਬਦ ਨੂੰ ਐਡ ਕਰ ਲਿਆ ਸੀ, ਹੈ ਨਾ, ਵੀ ਉੱਥੇ ਸਿੱਖਿਆ ਦਿੱਤੀ ਸੀ ਵੀ ਸਾਰੇ ਜੋ ਕਹਿ ਸਕਦੇ ਹਾਂ ਆਦਮੀ ਨੇ ਉਹ ਆਪਣੇ ਨਾਮ ਨਾਲ ਸਿੰਘ ਲਗਾਉਣ। ਸਿੰਘ ਦਾ ਅਰਥ ਹੈ ਬਹਾਦਰ, ਸ਼ੇਰ, ਹੈ ਨਾ। ਤਾਂ ਇਹਨਾਂ ਦੇ ਨਾਮ ਨਾਲ ਵੀ ਗੋਬਿੰਦ ਸਿੰਘ ਲੱਗਣ ਲੱਗ ਗਿਆ ਸੀ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇਹ ਇੱਥੇ ਦੇਖੋ ਜੀ, ਗੁਰਗੱਦੀ ਦਾ ਸਮਾਂ ਸੀ ਇਹਨਾਂ ਦਾ 1675 ਈਸਵੀ ਵਿੱਚ ਗੁਰਗੱਦੀ ਉੱਤੇ ਇਹ ਵਿਰਾਜਮਾਨ ਹੋਏ ਅਤੇ 1708 ਈਸਵੀ ਤੱਕ ਰਹੇ, ਠੀਕ ਹੈ। ਅਤੇ ਮਸੰਦ ਪ੍ਰਥਾ ਨੂੰ ਖਤਮ ਕੀਤਾ। ਜਿਹੜੇ ਮਸੰਦ ਸੀ ਉਹ ਮਤਲਬ ਕਿ ਹੁਣ ਕੰਮ ਖਰਾਬ ਕਰਨ ਲੱਗ ਗਏ ਸੀ, ਆਪਦਾ ਹੀ ਫਾਇਦਾ ਕਰਨ ਲੱਗ ਗਏ ਸੀ, ਠੀਕ ਹੈ। ਤਾਂ ਮਸੰਦ ਪ੍ਰਥਾ ਨੂੰ ਇਹਨਾਂ ਨੇ ਖਤਮ ਕੀਤਾ ਸੀ, ਠੀਕ ਹੈ। ਮਸੰਦਾਂ ਦਾ ਇੱਕ ਖੂਬੀ ਹੈ, ਠੀਕ ਹੈ। ਮਸੰਦ ਪ੍ਰਥਾ ਨੂੰ ਇਹਨਾਂ ਨੇ ਖਤਮ ਕੀਤਾ ਸੀ, ਮਤਲਬ ਕਿ ਉਹਨਾਂ ਨੂੰ ਕਹਿ ਸਕਦੇ ਆਪਾਂ ਖਤਮ ਕੀਤਾ ਸੀ, ਵੀ ਜਿਹੜੇ ਛੇਕ ਦਿੱਤਾ ਸੀ ਉਹਨਾਂ ਨੂੰ, ਠੀਕ ਹੈ। ਤਾਂ ਦੇਖੋ ਜੀ, ਇਹਨਾਂ ਦੇ ਸਮਕਾਲੀ ਸਨ ਇਹ ਗੁਰੂ ਤਾਂ ਕੀ ਕਹਾਂਗੇ, ਗੁਰੂ ਜੀ ਦੇ ਸਮਕਾਲੀ ਸਨ ਜਿਹੜੇ ਇਹ ਮਤਲਬ ਕਿ ਰਾਜਾ ਔਰੰਗਜ਼ੇਬ ਅਤੇ ਬਹਾਦਰ ਸ਼ਾਹ ਸਨ, ਠੀਕ ਹੈ।
ਤੇ ਇੱਕ ਚੀਜ਼ ਤੁਸੀਂ ਇੱਥੇ ਹੋਰ ਵੀ ਧਿਆਨ ਦੇ ਵਿੱਚ ਰੱਖੋ ਕਿ ਜਿਹੜਾ ਜਿਵੇਂ ਹੁਣ ਉਹ ਪੂਰਾ ਇੱਦਾਂ ਹੀ ਪੈਟਰਨ ਚੱਲਦਾ ਆ ਰਿਹਾ ਸੀ। ਜਿਵੇਂ ਹੁਣ ਬਾਬਰ ਤੋਂ ਦੇਖੋ ਆਪਾਂ ਉੱਧਰ ਪਹਿਲਾ ਗੁਰੂ ਅਰਜਨ ਦੇਵ ਜੀ ਨੂੰ ਡਿਸਕਸ ਕੀਤਾ, ਨਾਲ ਆਪਾਂ ਬਾਬਰ ਨੂੰ ਡਿਸਕਸ ਕੀਤਾ, ਤਾਂ ਉੱਧਰੋਂ ਵੀ ਪੂਰਾ ਮਤਲਬ ਰਾਜ ਚੱਲਦਾ ਆ ਰਿਹਾ ਸੀ ਨਾ ਰਾਜਿਆਂ ਦਾ, ਅਤੇ ਇੱਧਰੋਂ ਇਹਨਾਂ ਦੀ ਗੁਰਗੱਦੀ ਚੱਲਦੀ ਆ ਰਹੀ ਸੀ। ਠੀਕ ਹੈ, ਤਾਂ ਉਸ ਕਰਕੇ ਇਹ ਪੂਰਾ ਇੱਦਾਂ ਨਾਲ ਹੀ ਚੱਲੇ ਸਿਸਟਮ। ਜਿਵੇਂ ਉਦੋਂ ਬਾਬਰ ਦੀ ਸ਼ੁਰੂਆਤ ਹੋਈ ਪੂਰਾ ਉਦੋਂ ਮਤਲਬ ਮੁਗਲ ਰਾਜ ਸ਼ੁਰੂ ਹੋਇਆ, ਇਸੇ ਤਰ੍ਹਾਂ ਇੱਧਰ ਸਿੱਖ ਧਰਮ ਉੱਭਰਿਆ, ਤਾਂ ਉਹ ਚੀਜ਼ਾਂ ਪੈਰਲਲ ਚੱਲੀਆਂ ਨਹੀਂ। ਤਾਂ ਇਸ ਕਰਕੇ ਇਹਨਾਂ ਨੂੰ ਡਿਸਕਸ ਕਰਨਾ ਇੰਪੋਰਟੈਂਟ ਬਣ ਜਾਂਦੇ। ਤੁਸੀਂ ਹਿਸਟਰੀ ਦੇ ਵਿੱਚ ਇੱਦੋਂ ਵੀ ਜ਼ਿਆਦਾ ਡਿਟੇਲ ਦੇ ਵਿੱਚ ਉਮੀਦ ਹੈ ਕਿ ਪੜ੍ਹਿਆ ਹੋਏਗਾ। ਇਹਨਾਂ ਦੇ ਰਚਨਾਵਾਂ ਦੇਖੋ ਜੀ, 10ਵੇਂ ਗੁਰੂ ਦੀਆਂ ਆਪਾਂ ਰਚਨਾਵਾਂ ਸਮਝਦੇ ਹਾਂ। 10ਵਾਂ ਗ੍ਰੰਥ ਤੇ ਬਾਰ ਸ਼੍ਰੀ ਭਗਉਤੀ ਜੀ ਕੀ, ਅਕਾਲ ਉਸਤਤ, ਜਾਪ ਸਾਹਿਬ, ਚੰਡੀ ਚਰਿੱਤਰ, ਚੰਡੀ ਦੀ ਬਾਰ, ਠੀਕ ਹੈ, ਗਿਆਨ ਪ੍ਰਬੋਧ, 24 ਅਵਤਾਰ, ਖਾਲਸੇ ਦੀ ਮਹਿਮਾ, ਸਵਈਏ, ਜਫਰਨਾਮਾ, ਮਿੱਤਰ ਪਿਆਰੇ ਨੂੰ, ਇਹ ਇਹਨਾਂ ਦੀਆਂ ਕੁਝ ਰਚਨਾਵਾਂ ਨੇ। ਅਤੇ ਇੱਕ ਜਫਰਨਾਮਾ ਬਾਰੇ ਇੱਕ ਇੰਪੋਰਟੈਂਟ ਗੱਲ ਕੀ ਹੈ ਕਿ ਜਫਰਨਾਮਾ ਜਿਹੜਾ ਇਹ ਫਾਰਸੀ ਦੇ ਵਿੱਚ ਲਿਖਿਆ ਗਿਆ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਕਿਹਨੂੰ ਲਿਖਿਆ? ਔਰੰਗਜ਼ੇਬ ਨੂੰ ਲਿਖਿਆ। ਹੁਣ ਦੇਖੋ ਉਹ ਚੀਜ਼ਾਂ ਕਿਉਂ ਯਾਦ ਕਰਾਈਆਂ ਨੇ ਵੀ ਔਰੰਗਜ਼ੇਬ ਇਸ ਦਾ ਸਮਕਾਲੀ ਸੀ, ਤਾਂ ਉਸ ਸਮੇਂ ਦਾ ਰਾਜਾ ਕੌਣ ਸੀ? ਔਰੰਗਜ਼ੇਬ। ਤਾਂ ਉਸ ਨੂੰ ਜਫਰਨਾਮਾ ਲਿਖਿਆ ਸੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਧਿਆਨ ਦੇ 'ਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਦੇਖੋ ਹੁਣ 10ਵੇਂ ਗੁਰੂ ਆਪਾਂ ਡਿਸਕਸ ਕਰ ਰਹੇ ਹਾਂ। 10ਵੇਂ ਗੁਰੂ ਕੌਣ ਨੇ? ਗੁਰੂ ਗੋਬਿੰਦ ਸਿੰਘ ਜੀ। ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਡਿਸਕਸ ਕਰ ਲਿਆ। ਉਸ ਤੋਂ ਬਾਅਦ ਗੁਰਗੱਦੀ ਸੀ ਜਿਹੜੀ, ਉਹ ਕਹਿ ਸਕਦੇ ਆਪਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ, ਮਤਲਬ ਕਿ ਸੰਕਲਪ ਦੇ ਦਿੱਤਾ ਇਹਨਾਂ ਨੇ। ਕੀ ਸੰਕਲਪ ਦਿੱਤਾ ਸੀ? ਗੁਰੂ ਮਾਨਿਓ ਗ੍ਰੰਥ, ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮਾਨਿਓ। ਠੀਕ ਹੈ, ਉਸ ਤੋਂ ਬਾਅਦ ਗੁਰਗੱਦੀ ਨਹੀਂ ਚੱਲੀ। 10 ਗੁਰੂ ਸਾਹਿਬਾਨ ਹੋਈ, ਪੂਰਾ ਜੀਵਨ ਵਿਵਹਾਰ ਆਪਾਂ ਡਿਸਕਸ ਕੀਤਾ ਜੋ ਹੈ ਨਾ। ਉਸ ਤੋਂ ਬਾਅਦ ਗੁਰੂ ਮਾਨਿਓ ਗ੍ਰੰਥ ਦਾ ਇਹਨਾਂ ਨੇ ਸੰਕਲਪ ਦਿੱਤਾ ਸੀ। ਇਹਨਾਂ ਨੇ ਕੀ ਕੀਤਾ ਸੀ, ਮਤਲਬ ਕਿ ਜਿਵੇਂ ਦੇਖੋ ਆਦਿ ਗ੍ਰੰਥ ਸੀ। ਠੀਕ ਹੈ, ਆਦਿ ਗ੍ਰੰਥ ਦੇ ਵਿੱਚ ਆਪਾਂ ਨੇ ਕੀ ਡਿਸਕਸ ਕੀਤਾ ਸੀ? 5 ਗੁਰੂਆਂ ਦੀ ਬਾਣੀ ਸੀ, 5ਵੇਂ ਗੁਰੂ ਤੱਕ ਹੈ ਨਾ, ਪਹਿਲੇ 5 ਗੁਰੂਆਂ ਦੀ ਬਾਣੀ। ਉਸ ਤੋਂ ਬਾਅਦ ਤੇਗ ਬਹਾਦਰ ਦੀ ਬਾਣੀ ਇਹਨਾਂ ਨੇ ਵਿੱਚ ਦਰਜ ਕਰਤੀ, 6 ਗੁਰੂਆਂ ਦੀ ਬਾਣੀ ਦਰਜ ਹੋ ਗਈ। ਅਤੇ ਉਸ ਤੋਂ ਬਾਅਦ ਬਾਕੀ ਚੀਜ਼ਾਂ ਜਿਵੇਂ ਹੁਣ ਭੱਟਾਂ ਦੀ, ਭਗਤਾਂ ਦੀ, ਉਹ ਆਪਾਂ ਗੁਰੂ ਗ੍ਰੰਥ ਸਾਹਿਬ ਵਾਲੇ ਪੋਰਸ਼ਨ 'ਚ ਸਮਝਾਂਗੇ। ਉਹ ਸਭ ਬਾਣੀ ਦਰਜ ਕੀਤੀ ਗਈ। ਤਾਂ ਗੁਰੂ ਗ੍ਰੰਥ ਸਾਹਿਬ ਮਤਲਬ ਕਿ ਜਿਹੜਾ ਆਦਿ ਗ੍ਰੰਥ ਸੀ ਉਸ ਦੇ ਵਿੱਚ ਹੋਰ ਮਤਲਬ ਕਿ ਸੰਪਾਦਨਾ ਕੀਤੀ ਗਈ, ਵੱਖ ਵੱਖ ਬਾਣੀਆਂ ਨੂੰ ਸ਼ਾਮਿਲ ਕੀਤਾ ਗਿਆ। ਅਤੇ ਉਸ ਤੋਂ ਬਾਅਦ ਉਸ ਨੂੰ ਗੁਰੂ ਦਾ ਦਰਜਾ ਦੇ ਦਿੱਤਾ। ਸਮਝ ਗਏ ਵੀ ਉਸ ਨੂੰ ਕੀ ਕਿਹਾ ਗਿਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਦਿੱਤਾ ਗਿਆ, ਮਤਲਬ ਕਿ ਗ੍ਰੰਥ ਨੂੰ ਗੁਰੂ ਮੰਨਣ ਦਾ ਸੰਕਲਪ ਸ਼ੁਰੂ ਕੀਤਾ। ਠੀਕ ਹੈ, ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਦੇਖੋ ਜੋ ਇਹਨਾਂ ਨੇ ਮਤਲਬ ਕਿ ਰਾਜਿਆਂ ਨਾਲ ਟੱਕਰਾਂ ਲਈਆਂ ਨੇ। ਠੀਕ ਹੈ, ਤਾਂ ਸ਼ਹੀਦੀਆਂ ਦੇ ਵਿੱਚ ਇਹਨਾਂ ਨੂੰ ਸਰਬੰਸਦਾਨੀ ਵੀ ਕਿਹਾ ਜਾਂਦਾ, ਪੂਰਾ ਸਰਬੰਸ ਹੀ ਇਹਨਾਂ ਨੇ ਵਾਰਤਾ ਸੀ। ਠੀਕ ਹੈ, ਤਾਂ ਦੇਖੋ ਗੁਰੂ ਇਹਨਾਂ ਦੇ ਜੋ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਠੀਕ ਹੈ, ਇਹਨਾਂ ਦੇ ਅੱਗੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ, 4 ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਠੀਕ ਹੈ, ਅਤੇ ਉਸ ਤੋਂ ਬਾਅਦ ਉਹ ਚੀਜ਼ਾਂ ਉਮੀਦ ਹੈ ਕਿ ਤੁਸੀਂ ਹਿਸਟਰੀ ਦੇ ਵਿੱਚ ਸਭ ਕਲੀਅਰ ਕਰ ਲਈਆਂ ਹੋਣਗੀਆਂ, ਨਹੀਂ ਆਪਾਂ ਅੱਗੇ ਡਿਸਕਸ ਕਰਾਂਗੇ ਨੈਕਸਟ ਕਦੇ ਕਲਾਸ ਦੇ ਵਿੱਚ। ਠੀਕ ਹੈ, ਤਾਂ ਇਹਨਾਂ ਨੇ ਕੀ ਕੀਤਾ ਸੀ? ਮਾਧੋ ਦਾਸ ਬੈਰਾਗੀ, ਠੀਕ ਹੈ, ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵੱਲ ਘੱਲਿਆ। ਜਦੋਂ ਇਹਨਾਂ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ, ਜਿਵੇਂ ਕੁਝ ਪਰਿਵਾਰ ਦਾ ਦੇਖੋ ਉਹ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦਾ ਵਿਛੋੜਾ ਪੈ ਗਿਆ। ਵੱਡੇ ਸਪੁੱਤਰ ਸਨ ਜਿਹੜੇ, ਉਹ ਕਹਿ ਸਕਦੇ ਆਪਾਂ ਲੜਾਈਆਂ ਦੇ ਵਿੱਚ ਸ਼ਹੀਦ ਹੋ ਗਏ ਸੀ। ਠੀਕ ਹੈ, ਤਾਂ ਪੂਰਾ ਜਿਹੜਾ ਪਰਿਵਾਰ ਸੀ ਉਹ ਵਿਛੜ ਗਿਆ ਸੀ। ਉਸ ਤੋਂ ਬਾਅਦ ਇਹ ਜੰਗਲਾਂ ਦੇ ਵਿੱਚ ਇਹਨਾਂ ਨੂੰ ਮਾਧੋ ਦਾਸ ਬੈਰਾਗੀ ਮਿਲਦਾ। ਠੀਕ ਹੈ, ਜਿਹਨੂੰ ਬਾਅਦ ਵਿੱਚ ਇਹਨਾਂ ਨੇ ਉਸ ਦਾ ਨਾਮਕਰਨ ਬੰਦਾ ਸਿੰਘ ਬਹਾਦਰ ਕੀਤਾ ਗਿਆ। ਠੀਕ ਹੈ, ਲਛਮਣ ਦਾਸ ਵੀ ਇਸਦਾ ਨਾਮ ਸੀ ਬੰਦਾ ਬਹਾਦਰ ਦਾ। ਠੀਕ ਹੈ, ਤਾਂ ਇਸ ਨੂੰ ਪੰਜਾਬ ਵੱਲ ਘੱਲਿਆ ਵੀ ਪੰਜਾਬ ਦੇ ਵਿੱਚ ਇੰਨੇ ਜ਼ੁਲਮ ਹੋ ਰਹੇ ਨੇ, ਤੂੰ ਉਹਨਾਂ ਦਾ ਜਾ ਕੇ ਬਦਲਾ ਲੈ। ਤਾਂ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਇਹਨਾਂ ਦੀ ਮਤਲਬ ਕਹਿ ਸਕਦੇ ਹਾਂ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣਿਆ ਸੀ, ਤਾਂ ਸੂਬਾ ਸਰਹੰਦ ਤੋਂ ਬਦਲਾ ਲਿਆ ਸੀ। ਤਾਂ ਇਸ ਤਰੀਕੇ ਨਾਲ ਉਹ ਪੂਰਾ ਇੱਕ ਇਤਿਹਾਸ ਹੈ। ਠੀਕ ਹੈ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਠੀਕ ਹੈ, ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਾਉਣ 5 ਕਕਾਰ ਜਿਵੇਂ ਕੰਗਾ, ਕੜਾ, ਕੇਸ, ਕਿਰਪਾਨ, ਕਛਹਿਰਾ ਇਹ ਧਾਰਨ ਕਰਨ ਦਾ ਸੰਕਲਪ ਦਿੱਤਾ ਸੀ। ਇੱਕ ਚੀਜ਼ ਦੇਖੋ, ਜੋ ਖਾਲਸਾ ਪੰਥ ਦੀ ਸਾਜਨਾ ਸੀ ਅਨੰਦਪੁਰ ਸਾਹਿਬ ਵਿਖੇ 1699 ਈਸਵੀ ਵਿੱਚ ਕੀਤੀ ਗਈ। 1699 ਈਸਵੀ ਵਿੱਚ ਕੀਤੀ ਗਈ। ਅਤੇ ਹੁਣ 1699 ਈਸਵੀ ਵਿੱਚ ਜਿੱਥੇ ਮਤਲਬ ਸਥਾਪਨਾ ਸੀ ਉੱਥੇ ਤਖਤ ਹੈ ਕੇਸਗੜ੍ਹ ਸਾਹਿਬ। ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ 'ਚ ਰੱਖੋਗੇ। ਅਨੰਦਪੁਰ ਸਾਹਿਬ ਵਿਖੇ ਤਖਤ ਹੈਗਾ ਕੇਸਗੜ੍ਹ ਸਾਹਿਬ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਚੀਜ਼ਾਂ ਆਪਾਂ ਡਿਸਕਸ ਕਰ ਰਹੇ ਹਾਂ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ, ਤਾਂ ਦੇਖੋ ਇਹਨਾਂ ਨੇ 5 ਪਿਆਰੇ ਸਾਜੇ ਸੀ। ਠੀਕ ਹੈ, 5 ਪਿਆਰੇ ਸੀ ਜਿਹੜੇ ਉਹ ਸਾਜੇ ਸੀ, ਜਿਨ੍ਹਾਂ ਦਾ ਨਾਮ ਸੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ।
ਤਾਂ ਪੰਜ ਪਿਆਰੇ ਪੂਰਾ ਉਹ ਇੱਕ ਇਤਿਹਾਸ ਹੈ ਵੀ ਅਨੰਦਪੁਰ ਸਾਹਿਬ ਵਿਖੇ ਪੂਰਾ ਇਕੱਠ ਸੀ ਨਾ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਤਾਂ ਹੁਣ ਦੇਖੋ ਜੀ 13 ਅਪ੍ਰੈਲ 1699 ਈਸਵੀ ਨੂੰ ਠੀਕ ਹੈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਤਾਂ ਉੱਥੇ ਮਤਲਬ ਕਿ ਇਹਨਾਂ ਨੇ ਐਵੇਂ ਮਤਲਬ ਪੂਰਾ ਇੱਕ ਸਿਸਟਮ ਸੀ ਬਣਾਇਆ ਹੈ ਨਾ ਵੀ ਇੱਕ ਨੂੰ ਕਿਹਾ ਵੀ ਜੋ ਕੁਰਬਾਨੀ ਦੇਣ ਲਈ ਤਿਆਰ ਹੈ ਵੀ ਉਹ ਅੱਗੇ ਆਵੇ। ਤਾਂ ਇਸ ਤਰ੍ਹਾਂ ਇਹਨਾਂ ਨੇ ਪੰਜ ਵਿਅਕਤੀਆਂ ਨੂੰ ਤਿਆਰ ਕੀਤਾ ਸੀ, ਇਹਨਾਂ ਨੂੰ ਬਾਅਦ ਵਿੱਚ ਪੰਜ ਪਿਆਰੇ ਦਾ ਸੰਕਲਪ ਦਿੱਤਾ ਗਿਆ ਸੀ ਠੀਕ ਹੈ। ਤਾਂ ਇਹਨਾਂ ਦੇ ਇਹ ਨਾਮ ਨੇ, ਤੁਸੀਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖੋਗੇ। ਇਹਨਾਂ ਦੇ ਨਾਮ ਦਾ ਵੀ ਇੱਕ ਮਤਲਬ ਇੱਕ ਕਨਸੈਪਟ ਹੈ ਪੂਰਾ ਬਣਿਆ ਹੋਇਆ। ਦਇਆ ਦਾ ਅਰਥ ਵੀ ਇਨਸਾਨ ਨੂੰ ਦਇਆ ਰੱਖੇ ਠੀਕ ਹੈ, ਉਸ ਦੇ ਮਨ ਵਿੱਚ ਦਇਆ ਹੋਵੇ, ਧਰਮ ਨੂੰ ਮੰਨੇ, ਮੋਹਕਮ ਵੀ ਮੋਹ ਘੱਟ ਹੋਵੇ ਚੀਜ਼ਾਂ ਨਾਲ ਵਸਤੂਆਂ ਨਾਲ, ਸਾਹਿਬ ਠੀਕ ਹੈ ਅਤੇ ਹਿੰਮਤ। ਇਹ ਸਭ ਇਹਨਾਂ ਦੇ ਨਾਮਾਂ ਦੇ ਵੀ ਅਰਥ ਨੇ ਠੀਕ ਹੈ। ਹੁਣ ਇੱਕ ਗੱਲ ਹੋਰ, ਇਹਨਾਂ ਦੇ ਨਾਮਾਂ ਨਾਲ ਪਹਿਲਾਂ ਅਲੱਗ-ਅਲੱਗ ਤਖੱਲਸ ਸੀ, ਤਾਂ ਇਹਨਾਂ ਸਾਰਿਆਂ ਨੂੰ ਇੱਕੋ ਤਖੱਲਸ ਦਿੱਤਾ ਗਿਆ, ਉਹ ਸੀ ਸਿੰਘ ਦਾ ਠੀਕ ਹੈ, ਉਹ ਸੀ ਸਿੰਘ ਦਾ। ਹੁਣ ਜਿਵੇਂ ਦੇਖੋ ਇਹਨਾਂ ਦੇ ਨਾਮ ਨਾਲ ਲੱਗਿਆ ਹੋਇਆ ਸਿੰਘ ਸਿੰਘ ਸਿੰਘ, ਤਾਂ ਸਾਰਿਆਂ ਦੇ ਨਾਮ ਨਾਲ ਸਿੰਘ ਸਿੰਘ ਲਗਾਇਆ ਗਿਆ ਸੀ। ਹੁਣ ਦੇਖੋ ਜੀ ਗੱਲ ਸੁਣੋ, ਤਾਂ ਇਸ ਤੋਂ ਸਮੇਂ ਤੋਂ ਬਾਅਦ ਹੀ ਜੋ ਗੋਬਿੰਦ ਰਾਏ ਸੀ ਇਹਨਾਂ ਦਾ ਪਹਿਲਾਂ ਨਾਂ, ਬਾਅਦ ਵਿੱਚ ਗੋਬਿੰਦ ਸਿੰਘ ਬਣੇ ਠੀਕ ਹੈ। ਤਾਂ ਇਸ ਤਰੀਕੇ ਨਾਲ ਇਹਨਾਂ ਨੇ ਖੁਦ ਵੀ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀ। ਤਾਂ ਇਹ ਪੂਰਾ ਇੱਕ ਸੰਕਲਪ ਤਿਆਰ ਹੋਇਆ ਸੀ ਅੰਮ੍ਰਿਤ ਛਕਾਉਣ ਦਾ ਠੀਕ ਹੈ। ਇਹ ਪੰਜ ਕਕਾਰਾਂ ਨੂੰ ਧਿਆਨ ਦੇ ਵਿੱਚ ਤੁਸੀਂ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਜੋ ਲੜਾਈਆਂ ਲੜੀਆਂ ਨੇ ਠੀਕ ਹੈ, ਉਹਨਾਂ ਦਾ ਵੀ ਆਪਾਂ ਜ਼ਿਕਰ ਕਰਦੇ ਹਾਂ। ਦੇਖੋ ਜੀ ਸੰਖੇਪ ਦੇ ਵਿੱਚ ਸਮਝ ਲੈਣੇ ਆਪਾਂ ਇਹਨਾਂ ਨੂੰ। ਇਹਨਾਂ ਦੀਆਂ ਲੜਾਈਆਂ ਨੇ ਭਗਾਣੀ ਦੀ ਲੜਾਈ 1688 'ਚ, ਨੰਦੌਣ ਦੀ ਲੜਾਈ 1690 'ਚ, ਨਿਰਮੋਲ ਦੀ ਲੜਾਈ 1702 'ਚ, ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 'ਚ, ਬਸੋਲੀ ਦੀ ਲੜਾਈ 1702 'ਚ, ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 'ਚ, ਚਮਕੌਰ ਸਾਹਿਬ ਦੀ ਲੜਾਈ 1704 'ਚ ਅਤੇ ਖਿਦਰਾਣੇ ਦੀ ਲੜਾਈ 1705 'ਚ। ਤਾਂ ਇਸ ਤਰੀਕੇ ਨਾਲ ਇਹ ਕੁਝ ਲੜਾਈਆਂ ਨੇ, ਇਹਨਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਤਾਂ ਦੋਸਤੋ ਇਸ ਤਰੀਕੇ ਨਾਲ ਆਪਣਾ ਅੱਜ ਦਾ ਜਿਹੜਾ ਇਹ ਟਾਰਗੇਟ ਸੀ ਕੰਪਲੀਟ ਹੋ ਚੁੱਕਿਆ ਹੈ। ਤਾਂ ਇਹ ਪੂਰਾ ਆਪਣੇ 10 ਗੁਰੂਆਂ ਦਾ ਜੋ ਜੀਵਨ ਵਿਉਰਾ ਇਹ ਸਮਝ ਲਿਆਗਾ ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਣਾ ਜਿਹੜਾ ਇਹ ਜੀਵਨੀਆਂ ਵਾਲਾ ਪੋਰਸ਼ਨ ਸੀ ਇਹ ਤਾਂ ਹੋ ਗਿਆ ਕੰਪਲੀਟ। ਇਸ ਤੋਂ ਬਿਨਾਂ ਦੋਸਤੋ ਬਾਕੀ ਗੱਲ ਜੋ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਠੀਕ ਹੈ ਕਿ ਆਪਾਂ ਇਹ ਸਾਰਾ ਜਿਹੜਾ ਸਿਲੇਬਸ ਹੈ ਇਹਨੂੰ ਸੀਰੀਜ਼ ਵਾਈਜ਼ ਕੰਪਲੀਟ ਕਰਨਾ ਹੈ ਠੀਕ ਹੈ। ਤਾਂ ਇਸ ਕਰਕੇ ਧਿਆਨ ਰਹੇ ਕਿ ਤੁਸੀਂ ਪੂਰੀਆਂ ਸੀਰੀਜ਼ ਦੇ ਵਿੱਚ ਸਾਰੀਆਂ ਕਲਾਸਾਂ ਨੂੰ ਹੀ ਦੇਖਣਾ ਹੈਗਾ ਠੀਕ ਹੈ। ਅਤੇ ਇੱਕ ਤੁਸੀਂ ਇਸ ਦੇ ਨਾਲ ਦੀ ਨਾਲ ਹੈਂਡ ਰਿਟਨ ਨੋਟਸ ਜ਼ਰੂਰ ਬਣਾਓ, ਜੋ ਇੰਪੋਰਟੈਂਟ ਚੀਜ਼ਾਂ ਨੇ ਉਹਨਾਂ ਨੂੰ ਧਿਆਨ ਦੇ 'ਚ ਰੱਖੋ, ਨੋਟ ਕਰੋ। ਇਹ ਕਲਾਸ ਇੱਥੋਂ ਤੱਕ ਦੇਖਣ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।